ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਬੜੇ ਹੀ ਪ੍ਰੇਮ ਸਹਿਤ ਸੰਧਿਆ ਦੇ ਦੀਵਾਨਾਂ ਵਿੱਚ ਆਪ ਜੀ ਜੁੜ ਬੈਠੇ ਹੋ। ਭਾਗਾਂ ਭਰਿਆ ਸਮਾਂ ਸਤਿਗੁਰਾਂ ਦੀ ਕਿਰਪਾ ਨਾਲ ਮਿਲਿਆ। ਆਓ ਇਹਨਾਂ ਘੜੀਆਂ ਨੂੰ ਸਫਲੀਆਂ ਬਣਾਈਏ। ਗੁਰ ਇਤਿਹਾਸ ਦੀ ਪਾਵਨ ਰਚਨਾ ਦੇ ਵਿੱਚੋਂ ਆਪ ਜੀ ਨੇ ਸਰਵਣ ਕੀਤਾ ਸੀ ਸੰਗਲਾ ਦੀਪ ਦਾ ਰਾਜਾ ਰਾਜਾ ਸ਼ਿਵਨਾਭ, ਜਿੱਥੇ ਸਤਿਗੁਰਾਂ ਦੇ ਪ੍ਰੇਮ ਦੇ ਵਿੱਚ ਬੇਬਲ ਹੋਇਆ ਹੈ। ਉੱਥੇ ਰਾਜ ਕੰਨਿਆ ਵੱਲੋਂ ਕਾਮ ਦੀ ਪ੍ਰਦਰਸ਼ਨੀ ਕਰਕੇ ਵੱਡੇ ਵੱਡੇ ਸਾਧਾਂ ਤੇ ਫਕੀਰਾਂ ਨੂੰ ਡੁਲਾਇਆ ਜਾ ਰਿਹਾ ਹੈ। ਸਤਿਗੁਰਾਂ ਦਾ ਨਾਮ ਰੱਖ ਕੇ ਆਉਣ ਵਾਲੇ ਵਿਦੇਸ਼ੀ ਫਕੀਰ ਇਹਨਾਂ ਬਾਲ ਕੰਨਿਆਂ ਦੀਆਂ ਅੱਖਾਂ ਦੀ ਜ਼ਹਿਰ ਦੇ ਸਾਹਮਣੇ ਆਪਾ ਖੋ ਜਾਂਦੇ ਨੇ। ਜਿਉਂ ਹੀ ਸਵੇਰ ਹੁੰਦਿਆਂ ਰਾਜੇ ਨੂੰ ਪਤਾ ਲੱਗਦਾ ਹੈ ਆਏ ਹੋਏ ਸਾਧ ਵੀ ਆਪਣਾ ਜੱਤ ਸਤ ਗਵਾ ਗਏ। ਫਿਰ ਰਾਜੇ ਨੂੰ ਆਪਣੇ ਗੁਰੂ 'ਤੇ ਬੜਾ ਮਾਣ ਹੁੰਦਾ ਹੈ। ਵਕਤ ਬਤੀਤ ਹੁੰਦਾ ਗਿਆ। ਇੱਧਰ ਰਾਏ ਭੋਏ ਦੀ ਤਲਵੰਡੀ ਦੇ ਜੰਗਲਾਂ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਚੌਂਕੜਾ ਲਾ ਕੇ ਬੈਠੇ ਨੇ। ਜਦੋਂ ਰਾਜੇ ਦੀਆਂ ਅਰਦਾਸਾਂ, ਰਾਜੇ ਦੀਆਂ ਪੁਕਾਰਾਂ ਸਾਹਿਬਾਂ ਦੇ ਹਿਰਦੇ ਤੱਕ ਪਹੁੰਚੀਆਂ, ਅੱਜ ਸੁਭਾਵਕ ਭਾਈ ਬਾਲਾ ਤੇ ਮਰਦਾਨਾ ਸਤਿਗੁਰਾਂ ਨੂੰ ਮਿਲਣ ਆਏ। ਗਰੀਬ ਨਵਾਜ ਆਖਣ ਲੱਗੇ, ਭਾਈ ਬਾਲਿਆ, ਚਿੱਤ ਕਰਦਾ ਇਸ ਧਰਤੀ ਦਾ ਫੇਰਾ ਪਾਇਆ ਈਏ। ਕਿਤੇ ਚੰਗੇ ਲੋਕ ਨੇ, ਕਿਤੇ ਮਾੜੇ ਲੋਕ ਨੇ, ਕਿਤੇ ਦੇਵ ਬੁੱਧੀ ਹੈ, ਕਿਤੇ ਰਾਖਸ਼ ਬੁੱਧੀ ਹੈ। ਕਿਤੇ ਕੋਈ ਕੁਰਾਨ ਪੜ੍ਹ ਕੇ ਤੁਰਕ ਬਣਿਆ ਫਿਰਦਾ ਹੈ, ਕਿਤੇ ਧਾਰਮਿਕ ਗ੍ਰੰਥਾਂ ਦਾ ਰਟਨ ਕਰਕੇ ਕੋਈ ਸਨਾਤਨ ਮਤ ਦਾ ਹਿੰਦੂ ਕਹਾਉਂਦਾ ਹੈ, ਅਤੇ ਕਈ ਇਹੋ ਜਿਹੀਆਂ ਧਰਤੀਆਂ, ਇਹੋ ਜਿਹੇ ਇਲਾਕੇ ਜਿੱਥੇ ਕੋਈ ਰੱਬ ਨੂੰ ਹੀ ਨਹੀਂ ਮੰਨਦਾ। ਗੁਰੂ ਨਾਨਕ ਸਾਹਿਬ ਮਹਾਰਾਜ ਆਪਣੇ ਜਾਣ ਦਾ ਸੁਨੇਹਾ ਆਪਣੇ ਪਿਆਰੇ ਸਾਥੀਆਂ ਨੂੰ ਦੇ ਰਹੇ ਨੇ। ਇਹਨਾਂ ਸਾਰੇ ਪ੍ਰਕਰਨਾਂ ਨੂੰ ਆਪ ਜੀ ਨੇ ਸਰਵਣ ਕੀਤਾ। ਆਓ ਕੁਝ ਸਮਾਂ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਚਿੱਤ ਬਣਾਈਏ। ਪ੍ਰੇਮ ਦੀ ਪਾਓ ਸਾਂਝ ਗੱਜ ਵੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਿਤ ਧਰਮੀ ਕਿਤ ਅਗੀ ਬਸੰਤੇ, कहूँ तुर्क हैं पढ़त, कहूँ दुखी कह सुखी रहंते। ਨਿਰੰਕਾਰ ਦਾ ਸਰੂਪ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਰਾਏ ਭੋਏ ਦੀ ਤਲਵੰਡੀ ਨਗਰ ਵਿੱਚ ਵਿਰਾਜਮਾਨ ਨੇ। ਅੱਜ ਸੁਭਾਵਕ ਸਤਿਗੁਰ ਜੰਗਲਾਂ ਵਿੱਚ ਚੌਂਕੜਾ ਲਾ ਕੇ ਬੈਠੇ ਨੇ। ਭਾਈ ਬਾਲਾ ਤੇ ਮਰਦਾਨਾ ਜੀ ਦੇ ਮਨ ਵਿੱਚ ਇੱਛਾ ਮਿਲਣ ਦੀ ਆਈ ਤੇ ਸਤਿਗੁਰਾਂ ਦੇ ਪਾਸ ਆ ਗਏ। ਗੁਰੂ ਅੰਗਦ ਦੇ ਪਾਤਸ਼ਾਹ ਜੀ ਨੂੰ ਸੁਣਾ ਰਹੇ ਨੇ, ਕਹਿੰਦੇ ਮਹਾਰਾਜ ਅਸੀਂ ਗੁਰੂ ਸਾਹਿਬ ਅੱਗੇ ਬੇਨਤੀ ਕਰਨੀ ਚਾਹੁੰਦੇ ਸੀ, ਮਹਾਰਾਜ ਏਮਨਾਬਾਦ ਤੋਂ ਬਾਅਦ ਆਪਾਂ ਨਿਕਲੇ ਹੀ ਨਹੀਂ। ਦਿਲਾਂ ਦੀਆਂ ਜਾਣਨਹਾਰ ਸਤਿਗੁਰਾਂ ਨੇ ਸਾਨੂੰ ਕੋਲ ਆਇਆਂ ਬੈਠਿਆਂ ਵੇਖ ਕੇ ਬਚਨ ਆਖਿਆ, ਚੱਲ ਬਾਲੇ ਤੇ ਮਰਦਾਨੇ ਆਪਾਂ ਚੱਲੀਏ, ਵੇਖ ਕੇ ਆਈਏ ਧਰਤੀ ਤੇ ਕੀ ਕੁਝ ਹੁੰਦਾ। ਰੱਬ ਦੀ ਬਣਾਈ ਕੁਦਰਤ ਕੈਸੀ ਹੈ। ਕਿਤੇ ਦੁਖੀ ਲੋਕ ਰਹਿੰਦੇ ਨੇ, ਕਿਤੇ ਸੁਖੀ ਲੋਕ ਰਹਿੰਦੇ ਨੇ। ਕਿਸੇ ਧਰਤੀ ਤੇ ਕੋਈ ਧਰਮ ਨੂੰ ਮੰਨਦਾ ਹੈ, ਕਿਤੇ ਕੋਈ ਪਾਪ ਦਾ ਬਖੇਰਾ ਕਰਦਾ ਹੈ।
ਕਿਤੇ ਨਿਤ ਲੜਾਈਆਂ ਝਗੜੇ ਨੇ, ਕਿਤੇ ਦੇਵ ਬੁੱਧੀ ਹੈ, ਕਿਤੇ ਰਾਖਸ਼ ਬੁੱਧ ਹੈ ਲੋਕਾਂ ਦੇ ਵਿੱਚ। ਤਰ੍ਹਾਂ ਤਰ੍ਹਾਂ ਦੀ ਬਨਸਪਤੀ ਹੈ, ਤਰ੍ਹਾਂ ਤਰ੍ਹਾਂ ਦੇ ਲੋਕ ਨੇ, ਜੰਗਲ ਬੇਲੇ ਪਹਾੜ ਨੇ। ਸਾਰੀ ਧਰਤੀ ਦਾ ਆਪਾਂ ਰਟਨ ਕਰੀਏ। ਨਿਗਮਾਗਮ ਕਿਤ ਕਥਤ ਪੁਰਾਨਾ, ਕਹੂੰ ਤੁਰ ਕਹੇ ਪੜਤ ਕੁਰਾਨਾ। ਵੇਖੀਏ ਤੇ ਸਹੀ ਕਿੱਥੇ ਕਿੱਥੇ ਤੁਰਕ ਕੁਰਾਨ ਪੜ੍ਹਦੇ ਆ। ਇਸ਼ਾਰਾ ਅਰਬ ਦੇਸ਼ਾਂ ਦਾ, ਤੇ ਦੂਜਾ ਇਸ਼ਾਰਾ ਸਤਿਗੁਰ ਜੀ ਏਸ਼ੀਆ ਦੀ ਧਰਤੀ ਵੱਲ ਕਰਦੇ ਨੇ, ਜਿੱਥੇ ਲੋਕ ਹਿੰਦੂ ਧਰਮ, ਸਨਾਤਨ ਮਤ, ਬੁੱਧ ਧਰਮ, ਜੈਨ ਮਤ ਨੂੰ ਮੰਨਦੇ ਆ। ਅੱਗੇ ਇਹ ਧਰਮ ਅਲੱਗ-ਅਲੱਗ ਸੀ, ਪਰ ਹੁਣ ਇਹਨਾਂ ਨੂੰ ਮੋਡੀਫਾਈਡ ਕਰ ਦਿੱਤਾ ਗਿਆ, ਜਜ਼ਬ ਕਰ ਲਿਆ ਲੋਕਾਂ ਨੇ ਆਪਣੇ ਧਰਮ ਦੇ ਵਿੱਚ। ਜੋ ਇਹ ਧਰਮ ਬੁੱਧ ਧਰਮ ਕਹਿੰਦਾ ਸੀ ਬੁੱਤ ਪ੍ਰਸਤੀ ਨਹੀਂ ਕਰਨੀ, ਪਰ ਅਗਲਿਆਂ ਨੇ ਬੁੱਧ ਧਰਮ ਦੇ ਸਭ ਤੋਂ ਵੱਧ ਮੂਰਤੀਆਂ ਬਣਾ ਕੇ, ਬੁੱਧ ਦੀ ਭਿਕਸ਼ੂਆਂ ਦੀਆਂ ਵੱਡੀਆਂ ਵੱਡੀਆਂ ਮੂਰਤੀਆਂ ਬਣਾ ਕੇ ਲੋਕਾਂ ਨੂੰ ਉਲਝਾ ਕੇ ਰੱਖਤਾ। ਉਹ ਧਰਮ ਜਜ਼ਬ ਕਰਤਾ, ਹਿੰਦੂ ਮਤ ਦਾ ਹਿੱਸਾ ਹੋ ਗਏ। ਸਤਿਗੁਰ ਕਹਿੰਦੇ ਕਿਤੇ ਕੋਈ ਵੇਦਾਂ ਨੂੰ ਗਾਉਂਦਾ ਹੈ, ਸ਼ਾਸਤਰਾਂ ਦੇ ਗੀਤ ਗਾਉਂਦਾ ਹੈ, ਤੇ ਕੋਈ ਐਸੀ ਧਰਤੀ ਹੈ ਜਿੱਥੇ ਲੋਕ ਰੱਬ ਨੂੰ ਮੰਨਦੇ ਹੀ ਨਹੀਂ। ਉਹ ਕਿਹੜੀ ਧਰਤੀ ਹੈ? ਯੂਰਪ ਦੀ ਧਰਤੀ, ਯੂਰਪੀਅਨ ਸੰਘ ਦਾ ਇਲਾਕਾ ਨਾ, ਜਿਹੜਾ ਜਿਹਦੇ ਵਿੱਚ ਕਈ ਦੇਸ਼ ਨੇ। ਉਹ ਲੋਕ ਰੱਬ ਨੂੰ ਨਹੀਂ ਸੀ ਮੰਨਦੇ। ਇੱਧਰ ਚਾਈਨਾ ਦਾ ਇਲਾਕਾ ਹੋ ਗਿਆ, ਤਿੱਬਤ ਦੇ ਲੋਕ ਧਰਮੀ ਨੇ, ਪਰ ਚਾਈਨਾ ਵਾਲੇ ਅੱਜ ਵੀ ਰੱਬ ਨੂੰ ਨਹੀਂ ਮੰਨਦੇ। ਉਧਰ ਜਾਪਾਨ ਦਾ ਇਲਾਕਾ ਹੋ ਗਿਆ, ਜਿੱਥੇ ਲੋਕ ਰੱਬ ਦੀ ਹੋਂਦ ਨੂੰ ਮੰਨਣ ਨੂੰ ਤਿਆਰ ਨਹੀਂ। ਭਾਵ ਆਸਤਕ ਤੇ ਨਾਸਤਕ ਸਭ ਇਸੇ ਧਰਤੀ ਤੇ ਵਸਦੇ ਨੇ, ਪਰ ਜਦੋਂ ਤੱਕ ਮਰਦਾਨਿਆਂ ਆਪਾਂ ਵਿਚਰਦੇ ਨਹੀਂ, ਨਿਕਲਦੇ ਨਹੀਂ, ਆਪਾਂ ਨੂੰ ਪਤਾ ਲੱਗਣਾ ਨਹੀਂ। ਦੇਸ਼ ਵਿਦੇਸ਼ਨ ਕੀ ਬਹੁ ਪਾਖਾ, ਚਲਹੁ ਬਿਲੋਕਨ ਕੀ ਅਬਲਾਖਾ। ਸਾਡੀ ਇੱਛਾ ਹੈ ਬਹੁਤੇ ਦੇਸ਼ਾਂ ਵਿਦੇਸ਼ਾਂ ਦੀ ਬੋਲੀ ਸੁਣ ਕੇ ਆਈਏ, ਬੋਲੀ ਬੋਲ ਕੇ ਆਈਏ। ਜੇ ਤੁਹਾਡੀ ਚਾਹਤ ਆ ਤੇ ਤੁਸੀਂ ਨਾਲ ਚੱਲੋ। ਭਾਈ ਬਾਲਾ ਜੀ ਕਹਿੰਦੇ ਜਦੋਂ ਮੈਂ ਸਤਿਗੁਰਾਂ ਦੇ ਬਚਨਾਂ ਨੂੰ ਸੁਣਿਆ, ਮੈਂ ਤੇ ਫੁੱਲ ਵਾਂਗ ਖਿੜ ਗਿਆ। ਮੈਂ ਤੇ ਇਹੀ ਪ੍ਰਯੋਜਨ ਲੈ ਕੇ ਆਇਆ ਸੀ ਵੀ ਗੁਰੂ ਸਾਹਿਬ ਨੂੰ ਬੇਨਤੀ ਕਰੀਏ, ਮਹਾਰਾਜ ਏਮਨਾਬਾਦ ਗਿਆ ਨੂੰ ਆਪਾਂ ਨੂੰ ਕਿੰਨਾ ਲੰਮਾ ਸਮਾਂ ਹੋ ਗਿਆ, ਮੁੜ ਕੇ ਆਪ ਜੀ ਨੇ ਫੁਰਨਾ ਹੀ ਨਹੀਂ ਕੀਤਾ ਕੋਈ। ਤੇ ਹੁਣ ਭਾਈ ਮਰਦਾਨੇ ਦਾ ਵੀ ਘਰ ਜੀ ਨਹੀਂ ਲੱਗਦਾ, ਕਿਉਂਕਿ ਜਦ ਕੋਈ ਵੀ ਵਿਅਕਤੀ ਘਰ ਛੱਡ ਕੇ ਵਿਚਰਨ ਲੱਗ ਜੇ, ਘੁੰਮਣ ਫਿਰਨ ਲੱਗ ਜੇ, ਸੱਚ ਜਾਣਿਓ ਫਿਰ ਘਰ ਚੰਗਾ ਹੀ ਨਹੀਂ ਲੱਗਦਾ। ਤੇ ਜਿਹੜੇ ਘਰੋਂ ਨਹੀਂ ਨਿਕਲਦੇ ਉਹਨਾਂ ਨੂੰ ਘਰੋਂ ਬਾਹਰ ਜਾਣਾ ਹੀ ਪਸੰਦ ਨਹੀਂ। ਜਦੋਂ ਗੁਰੂ ਸਾਹਿਬ ਦੇ ਬਚਨਾਂ ਨੂੰ ਸੁਣਿਆ, ਕਹਿੰਦੇ ਚਿਹਰੇ ਤੇ ਸਾਡੇ ਰੌਣਕ ਆ ਗਈ, ਰੰਗਤ ਆ ਗਈ, ਅਸੀਂ ਸਤਿਗੁਰਾਂ ਨੂੰ ਸੀਸ ਝੁਕਾਇਆ ਏ। ਸੁਣ ਕਰ ਬਚਨ ਕਹਿਤ ਮਰਦਾਨਾ, ਪ੍ਰਭੂ ਸਮਰੱਥ ਸਕਲ ਗੁਣ ਖਾਨਾ। ਭਾਈ ਬਾਲਾ ਜੀ ਕਹਿੰਦੇ ਫਿਰ ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਸਭ ਤੋਂ ਪਹਿਲਾਂ ਭਾਈ ਮਰਦਾਨਾ ਬੋਲੇ, ਕਹਿੰਦੇ ਬਾਬਾ ਤੁਸਾਂ ਦਿਲ ਦੀ ਜਾਣ ਲਈ। ਅਸਾਂ ਦੇ ਮਨ ਵਿੱਚ ਖਿਆਲ ਆਉਂਦੇ ਸੀ ਵੀ ਬਾਬੇ ਨੂੰ ਬਹੁਤ ਦੇਰ ਹੋ ਗਈ, ਬਾਬਾ ਜੀ ਲਾ ਕੇ ਬਹਿ ਗਿਆ। ਭਾਈ ਮਰਦਾਨੇ ਦੀ ਬੋਲੀ ਹੈ, ਪਾਤਸ਼ਾਹ ਦਿਲ ਦੀ ਜਾਣੀ, ਪਿੰਡ ਵਿੱਚ ਹੁਣ ਚਿੱਤ ਨਹੀਂ ਲੱਗਦਾ, ਅਸੀਂ ਵੀ ਜਾਣ ਵਾਸਤੇ ਆਪ ਜੀ ਕੋਲ ਬੇਨਤੀ ਕਰਨ ਆਏ ਸੀ, ਤੁਸੀਂ ਸਾਡੇ ਦਿਲ ਦੀ ਬੁੱਝ ਲਈ ਹੈ। ਜਹ ਇੱਛਾ ਤੁਮ ਚਲੋ ਅਗਾਰੀ, ਹੋ ਰਾਵਰ ਕੀ ਸਦਾ ਪਿਛਾਰੀ। ਹੱਸ ਕੇ ਭਾਈ ਮਰਦਾਨਾ ਕਹਿੰਦੇ ਬਾਬਾ ਤੁਸਾਂ ਅੱਗੇ ਅੱਗੇ ਜਾਣਾ, ਅਸਾਂ ਪਿੱਛੇ ਪਿੱਛੇ ਜਾਣਾ। ਤੁਸੀਂ ਜਿੱਥੇ ਜਾਓਗੇ ਅਸੀਂ ਤੁਹਾਡੇ ਨਾਲ, ਤੁਹਾਡੀ ਖੁਸ਼ੀ ਸਾਡੀ ਖੁਸ਼ੀ ਹੈ। ਬੜਾ ਚੰਗਾ ਹੋਏਗਾ ਗਰੀਬ ਨਵਾਜ ਆਪ ਜੀ ਦੁਨੀਆ ਦੇ ਇਸ ਚੱਕਰ ਵਿੱਚ ਸਾਨੂੰ ਵੀ ਕਿਤੇ ਲੈ ਜਾਓ। ਸ਼ੁਕਰਾਨਾ ਹੈ ਆਪ ਜੀ ਦਾ, ਅਸੀਂ ਘੁੰਮਣਾ ਚਾਹੁੰਦੇ ਹਾਂ, ਦੁਨੀਆ ਵਿੱਚ ਵਿਚਰਨਾ ਚਾਹੁੰਦੇ ਹਾਂ। ਆ ਦੁਨੀਆ ਬੰਦਿਆਂ ਵਾਸਤੇ ਬਣੀ ਹੋਈ ਹੈ। ਅੱਜ ਬੜੇ ਲੋਕ ਨੇ ਜਿਨ੍ਹਾਂ ਦੀ ਸੋਚ ਸਟਕ ਹੋ ਚੁੱਕੀ ਆ, ਉਹ ਕਹਿੰਦੇ ਇੰਡੀਆ ਤੋਂ ਬਾਹਰ ਜਾਣ ਦਾ ਫਾਇਦਾ ਹੀ ਕੋਈ ਨਹੀਂ, ਇੱਥੇ ਜੰਮੇ ਆ ਇੱਥੇ ਹੀ ਮਰ ਜਾਣਾ। ਚਲੋ ਜੰਮਣਾ ਮਰਨਾ ਤੇ ਸਭ ਨੇ ਹੈ, ਆ ਪਰਮਾਤਮਾ ਨੇ ਦੀਨ ਦੁਨੀਆ ਕਾਹਦੇ ਲਈ ਸਾਜੀ ਹੈ। ਚੜੋ ਜਹਾਜ਼, ਘੁੰਮੋ ਦੁਨੀਆਦਾਰੀ ਵੇਖੋ, ਰਹੋ ਭਾਵੇਂ ਆਪਣੇ ਦੇਸ਼ ਵਿੱਚ, ਪਰ ਘੁੰਮਣਾ ਚਾਹੀਦਾ ਹੈ, ਵਿਚਰਨਾ ਚਾਹੀਦਾ ਹੈ। ਜਿੱਥੇ ਜਿੱਥੇ ਤੁਹਾਡਾ ਦਾ ਲੱਗੇ ਜਾ ਕੇ ਆਉਣਾ ਚਾਹੀਦਾ। ਵੇਖੋ ਤੇ ਸਹੀ ਦੁਨੀਆ ਦੇ ਰੰਗ ਤਮਾਸ਼ੇ। ਜਦ ਦੁਨੀਆ ਦੇ ਬਹੁਤੇ ਧਰਮਾਂ ਨੂੰ ਖੋਜੋਗੇ, ਥਾਂ ਥਾਂ ਤੇ ਜਾ ਕੇ ਬਹੁਤੇ ਦੇਸ਼ਾਂ ਨੂੰ ਵੇਖੋਗੇ, ਕਿਤੇ ਫੇਰ ਜਾ ਕੇ ਬੰਦੇ ਨੂੰ ਸਮਝ ਆਉਂਦੀ ਅਸੀਂ ਕੀ ਆ ਤੇ ਖੜੇ ਕਿੱਥੇ ਆ। ਇੱਥੇ ਤੇ 2 ਮਕਾਨ ਬੰਦੇ ਦੇ ਬਣੇ, ਹੁਣ ਬੰਦਾ ਉਸੇ 'ਚ ਹੀ ਆਫਰਿਆ ਫਿਰਦਾ, ਮੈਂ 2 ਕੋਠੀਆਂ ਦਾ ਮਾਲਕ, ਮੇਰੇ ਕੋਲ ਇੰਨੀ ਜ਼ਮੀਨ। ਜਾ ਕੇ ਦੇਖੋ ਵਿਦੇਸ਼ਾਂ ਦੇ ਵਿੱਚ ਲੋਕਾਂ ਨੂੰ ਗਿਣਿਆ ਵੀ ਨਹੀਂ ਜਾਂਦਾ,
ਕਿੰਨੇ ਹਜ਼ਾਰ ਏਕੜ ਜ਼ਮੀਨ ਹੈ, ਪਤਾ ਵੀ ਨਹੀਂ ਸਾਡੀ ਇੱਕ ਕਿਹਦੀ ਹੈ। ਰੁਲਦੀਆਂ ਫਿਰਦੀਆਂ ਜ਼ਮੀਨ। ਕਾਹਦੇ ਲਈ ਘੁੰਮਣਾ ਚਾਹੀਦਾ? ਇੱਕ ਤੇ ਜ਼ਿੰਦਗੀ ਦੇ ਸਕੂਨ ਵਾਸਤੇ, ਦੂਜਾ ਜ਼ਿੰਦਗੀ ਨੂੰ ਸਮਝਣ ਵਾਸਤੇ ਵਿਚਰਨਾ ਬਹੁਤ ਜ਼ਰੂਰੀ ਹੈ। ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲਿਆਂ ਨੂੰ ਪੁੱਛੋ ਵੀ ਕਦੇ ਬੀਕਾਨੇਰ ਗਏ ਹੋ? ਕਹਿੰਦੇ ਨਾ ਜੀ। ਕਿੱਥੇ ਕਿੱਥੇ ਜਾਏ? ਵੈਸੇ ਤੇ ਅਸੀਂ ਸਾਰਾ ਇੰਡੀਆ ਘੁੰਮ ਲਿਆ ਜੀ। ਅੱਛਾ, ਕੰਨਿਆ ਕੁਮਾਰੀ ਵੇਖ ਲਈ? ਕਹਿੰਦੇ ਉੱਥੇ ਵੀ ਨਹੀਂ ਗਏ। ਇੰਡੀਆ ਕਿਹਨੂੰ ਮੰਨ ਲਿਆ ਵੀ 2 ਦਿਨ ਆਗਰੇ ਰਹਿ ਆਏ, 4 ਕੁ ਦਿਨ ਦਿੱਲੀ ਲਾ ਆਏ, 5-7 ਦਿਨ ਅੰਮ੍ਰਿਤਸਰ ਕੱਟ ਲਏ, 1 ਅੱਧੀ ਵਾਰ ਜੈਪੁਰ ਜਾ ਆਏ, ਬਾਕੀ ਇੰਡੀਆ ਦੀ ਸੈਰ ਹੋ ਗਈ। ਬਹੁਤ ਕੁਛ ਹੈ ਭਾਰਤ ਦੇਸ਼ ਵਿੱਚ। ਹਜ਼ਾਰਾਂ ਗੁਰੂ ਘਰ ਨੇ ਗੁਰੂ ਨਾਨਕ ਸਾਹਿਬ ਜੀ ਦੇ, ਜੋ ਅਜੇ ਪ੍ਰਗਟ ਨਹੀਂ ਹੋਏ। ਨਿਰਮਲੇ ਸੰਪਰਦਾਵਾਂ ਸਾਧੂਆਂ ਦੇ ਕੋਲੇ ਨੇ। ਸੈਂਕੜਿਓ ਥਾਵਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ, 7ਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀਆਂ ਦੇ 20 ਗੁਰਦੁਆਰਾ ਸਾਹਿਬ ਪ੍ਰਗਟ ਨੇ ਤੇ 20 ਗੁਰਦੁਆਰੇ ਅਲੋਪ ਨੇ। ਅਲੋਪ ਪ੍ਰਗਟ ਹੋਣ ਵਾਲੇ ਆ, ਬਹੁਤ ਛੇਤੀ ਤੁਹਾਡੇ ਸਾਹਮਣੇ ਆ ਜਾਣਗੇ। ਤਕਰੀਬਨ 40 ਥਾਵਾਂ ਤੇ ਗੁਰੂ ਸਾਹਿਬ ਨੇ ਚਰਨ ਪਾਏ ਜਿੱਥੇ ਵੱਡੇ ਅਸਥਾਨ ਹੋਣੇ ਚਾਹੀਦੇ ਆ, 20 ਪ੍ਰਗਟ ਵੀ ਹੈ ਹੀ ਨਹੀਂ। ਕਿਉਂਕਿ ਸਿੱਖ ਕੌਮ ਸੋ ਰਹੀ ਹੈ, ਮਾਇਆ ਇਕੱਠੀ ਕਰਨ ਵਿੱਚ ਜੁਟੀ ਹੋਈ ਹੈ। ਸੰਸਥਾ ਬਣਾਈ ਫਿਰਦੇ, ਮੈਨੂੰ ਕਿੰਨੇ ਮਿਲ ਜਾਣ, ਮੈਂ ਪ੍ਰਧਾਨ ਬਣ ਜਾ। ਸਾਨੂੰ ਕਿੱਥੇ ਪਿਆਰਾ ਗੁਰੂ ਦਾ? ਉਸ ਵੇਲੇ ਬਾਲਾ ਜੀ ਤੇ ਮਰਦਾਨਾ ਜੀ ਸਤਿਗੁਰਾਂ ਦੇ ਸਨਮੁਖ ਬੈਠੇ ਨੇ। ਮਹਾਰਾਜ ਕਹਿੰਦੇ ਸੋਚ ਸਮਝ ਕੇ ਨਾਲ ਚੱਲਿਓ। ਜੇ ਦੁਨੀਆ ਘੁੰਮਣੀ ਨਾ ਤੇ ਫਿਰ ਜੇਬ ਬਾਰੇ ਨਹੀਂ ਸੋਚਣਾ। ਆਖੋ ਸਤਨਾਮ। ਜੇਬਾਂ ਬਾਰੇ ਸੋਚਣ ਵਾਲੇ ਬੰਦੇ ਇੱਥੋਂ 700 ਕਿਲੋਮੀਟਰ ਪਾਰ ਵੀ ਨਹੀਂ ਕਦੇ ਗਏ ਹੋਣੇ ਜੀ। ਉਹ ਜਾਂਦੇ ਵੀ ਤੇ ਮਜਬੂਰੀ ਬੱਸ ਚੜ੍ਹ ਕੇ ਜਾਂਦੇ ਆ, ਪੈਸੇ ਨਾ ਲੱਗ ਜਾਣ। ਤੇ ਘੁੰਮਣਾ ਤੇ ਜੇਬ ਖਰਚੇ ਦੀ ਕਾਹਦੀ ਪਰਵਾਹ? ਮਰਦ ਕਹਿੰਦੇ ਪਹਿਲਾਂ ਜੇਬ ਖਰਚੇ ਦੀ ਪਰਵਾਹ ਨਹੀਂ ਕਰਨੀ, ਦੂਜੀ ਪਰਿਵਾਰ ਦੀ ਨਹੀਂ ਕਰਨੀ। ਇਹ ਨਾ ਹੋਵੇ ਨਾ ਕਿਸੇ ਹੋਰ ਮਹਾਦੀਪ ਵਿੱਚ ਬੈਠੇ ਹੋਈਏ ਤੇ ਆਖੋ ਪਾਤਸ਼ਾਹ ਪੁੱਤ ਦੀ ਯਾਦ ਆਉਂਦੀ ਹੈ, ਘਰ ਵਾਲੀ ਯਾਦ ਆਉਂਦੀ ਹੈ, ਪਿਤਾ ਦੀ ਯਾਦ ਆਉਂਦੀ ਹੈ। ਮਰਦ ਕਹਿੰਦੇ ਮੋਹ ਛੱਡ ਕੇ ਜਾਣਾ ਪੈਣਾ। ਇੱਕ ਪਾਸੇ ਰੱਬ ਦੀ ਬਣਾਈ ਕੁਦਰਤ ਵੇਖੋ ਤੇ ਦੂਜੇ ਪਾਸੇ ਪਰਿਵਾਰ ਦਾ ਜਾਲ ਛੱਡ ਕੇ ਵੇਖੋ। ਸਾਡੇ ਬਹੁਤ ਲੋਕ ਨੇ ਵਿਚਾਰੇ ਆਏ ਦੁਨੀਆ ਤੇ ਤੁਰ ਗਏ, ਬਸ ਪੋਤੇ ਪੋਤੀਆਂ ਦੇ ਮੋਹ 'ਚ ਹੀ ਰਹਿ ਗਏ, ਅੱਗੇ ਗਏ ਨਹੀਂ। ਕਿ ਗੋਰੀ ਗੋਰਿਆਂ ਦੇ ਪੋਤੇ ਪੋਤੀ ਨਹੀਂ ਹੁੰਦੇ ਜਾਂ ਹੋਰ ਲੋਕਾਂ ਦੇ ਨਹੀਂ? ਦੁਨੀਆ ਆਪਣੇ ਆਨੰਦ ਵਿੱਚ ਹੈ, ਦੁਨੀਆ ਆਪਣੇ ਸਰੂਰ ਵਿੱਚ ਹੈ। ਤੇ ਅੱਜ ਦਾ ਬਾਬਾ ਪੁੱਤ ਵਿਆਹ ਕੇ, ਪੋਤਾ ਵਿਆਹ ਕੇ ਮੰਜੀ ਤੇ ਲੱਗਿਆ। ਆਖੋ ਸਤਨਾਮ। ਚਿੰਤਾ ਕਰਦਾ ਕਰਦਾ ਵੱਡਾ ਹੋਇਆ, ਚਿੰਤਾ ਵਿੱਚ ਹੀ ਤੁਰ ਚੱਲਿਆ। ਕੀ ਖੱਟਿਆ ਤੇ ਕੀ ਗਵਾਇਆ? ਹੈ ਕਿਸੇ ਕੋਲ ਸਕੂਨ? ਨਹੀਂ। ਨਾ ਧਰਮ ਹੈ ਨਾ ਸਕੂਨ ਹੈ। ਹਰ ਵੇਲੇ ਇੱਕੋ ਦੌੜ ਹੈ, ਕਿੱਥੋਂ ਕੀ ਮਿਲ ਜੇ। ਹਰ ਵੇਲੇ ਦੌੜ। ਗੁਰੂ ਸਾਹਿਬ ਨੇ ਸਪਸ਼ਟ ਵਚਨ ਕਹਿ ਦਿੱਤੇ ਭਾਈ ਬਾਲਾ ਤੇ ਮਰਦਾਨਾ ਜੀ ਨੂੰ, ਕਹਿੰਦੇ ਨਾਲ ਜਾਣਾ ਹੈ, ਨਿਸ਼ਚਿੰਤ ਹੋ ਕੇ ਜਾਣਾ ਹੈ, ਪਿੱਛੇ ਦੀ ਚਿੰਤਾ ਨਹੀਂ ਕਰਨੀ। ਉਹ ਚਿੰਤਾ ਕਰਨ ਵਾਲਾ ਕਰਤਾਰ ਹੈ। ਤੁਮ ਸਮ ਪ੍ਰਭ ਕੀ ਸ਼ਰਨ ਛੋਰੀ, ਕਾਂ ਕੋ ਗਹੋ ਅਲੰਬ ਬਹੋਰੀ। ਭਾਈ ਬਾਲਾ ਜੀ ਫਿਰ ਬੋਲੇ, ਕਹਿੰਦੇ ਮਹਾਰਾਜ ਤੁਹਾਡੀ ਸ਼ਰਨ ਵਿੱਚ ਆਏ ਆ, ਤੁਹਾਡੀ ਸ਼ਰਨ ਛੱਡ ਕੇ ਜਾਈਏ ਕਿੱਥੇ? ਕੁਛ ਦਿਸਦਾ ਹੀ ਨਹੀਂ। ਤੁਹਾਡੇ ਰੰਗਾਂ ਵਿੱਚ ਰਹਿਣਾ ਸਾਨੂੰ ਚੰਗਾ ਲੱਗਦਾ ਹੈ, ਤੁਹਾਡੇ ਹੁਕਮ ਵਿੱਚ ਬੱਝੇ ਰਹਿਣਾ ਸਾਨੂੰ ਬੜਾ ਪਸੰਦ ਹੈ। ਮਾਲਕਾ ਜਿੱਥੇ ਜਿੱਥੇ ਲੈ ਜਾਓਗੇ ਪਿੱਛੇ ਪਿੱਛੇ ਚੱਲਾਂਗੇ, ਕਦੇ ਆਹਾ ਨਹੀਂ ਭਰਦੇ। ਜੀ ਸੁਣੋ ਗੁਰੂ ਅੰਗਤ ਗਤ ਦਾਨੀ, ਬੰਦ ਪਾਨ ਪੁਨ ਮੈਂ ਕੇ ਬਾਨੀ। ਭਾਈ ਬਾਲਾ ਜੀ ਕਹਿੰਦੇ ਐ ਗੁਰੂ ਅੰਗਦ ਦੇ ਪਾਤਸ਼ਾਹ ਜੀ, ਫਿਰ ਮੈਂ ਉੱਠਿਆ, ਗੁਰੂ ਸਾਹਿਬ ਦੇ ਚਰਨਾਂ ਤੇ ਬੰਦਨਾ ਕੀਤੀ, ਮੈਂ ਬੇਨਤੀ ਕੀਤੀ ਪਾਤਸ਼ਾਹ ਫਿਰ ਆਗਿਆ ਸਾਨੂੰ। ਗਰੀਬ ਨਵਾਜ ਕਹਿੰਦੇ ਜਾਓ ਫਿਰ ਤਿਆਰੀ ਖਿੱਚੋ ਆਪਣੀ। ਤਿਆਰੀ ਦਾ ਭਾਵ ਵੀ ਜੇ ਆਪਣੇ ਮਾਤਾ ਪਿਤਾ ਨੂੰ ਦੱਸਣਾ ਦੱਸ ਦਿਓ, ਅਸੀਂ ਤੇ ਦੱਸਣਾ ਨਹੀਂ। ਆਖੋ ਸਤਨਾਮ। ਜੇ ਤੁਹਾਨੂੰ ਮਾੜਾ ਮੋਟਾ ਹੈ, ਭਾਈ ਮਰਦਾਨਾ ਜੀ ਪਰਿਵਾਰ ਵਾਲੇ, ਜੇ ਕਿਤੇ ਚਿੰਤਾ ਆਏ ਮਿਲ ਲਓ ਉਹਨਾਂ ਨੂੰ ਜਾ ਕੇ, ਜੋ ਸਮਾਨ ਲਿਆ ਕੇ ਦੇਣਾ ਲਿਆ ਕੇ ਦੇ ਦਿਓ। 1-2 ਦਿਨਾਂ ਵਿੱਚ ਆਪਾਂ ਨਿਕਲ ਜਾਣਾ ਏ। ਦੀਨ ਦਿਆਲ ਰਾਖ ਨਿਜ ਸਾਥਾ, ਤੁਮ ਸਮ ਦੇਖੋ ਔਰ ਨਾ ਨਾਥਾ। ਫਿਰ ਭਾਈ ਬਾਲਾ ਜੀ ਨੇ ਕੀ ਅਰਦਾਸ ਕੀਤੀ? ਕਹਿੰਦੇ ਮਹਾਰਾਜ ਇੱਕ ਮੰਗ ਮੰਗਦਾ ਤੁਹਾਡੇ ਤੋਂ, ਮੈਂ ਕਦੇ ਨਹੀਂ ਮੰਗਿਆ। ਮਹਾਰਾਜ ਕਹਿੰਦੇ ਮੰਗੋ। ਕਹਿੰਦੇ ਸਾਹਿਬ ਜੀ ਦੀਨ ਦਿਆਲ ਪਾਤਸ਼ਾਹ ਮੈਨੂੰ ਜਿੱਥੇ ਵੀ ਰੱਖੋ ਆਪਣੇ ਚਰਨਾਂ 'ਚ ਰੱਖਿਓ, ਆਪਣਾ ਸਾਥ ਹੀ ਦਿਓ, ਕਿਤੇ ਦੂਰ ਨਾ ਕਰਿਓ। ਲੱਖ ਅਪਰਾਧ ਤੇ ਗੁਨਾਹ ਮੈਤੋਂ ਹੋਏ ਹੁੰਦੇ ਰਹਿਣਗੇ,
ਆਪਣਾ ਸੇਵਕ ਜਾਣ ਕੇ ਬਖਸ਼ਦੇ ਰਹਿਓ, ਇੱਕ ਪਲ ਦੀ ਦੂਰੀ ਨਾ ਦਿਓ। ਸੁਣ ਕੇ ਬਚਨ ਪ੍ਰਸੀਦ ਬਿਸਾਲਾ, ਭਈ ਪਰ ਦੋਖ ਉਠੇ ਤੇ ਕੱਲ। ਐਨੇ ਨੂੰ ਸੰਧਿਆ ਦਾ ਸ਼ਾਮ ਦਾ ਵੇਲਾ ਹੋਇਆ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਬਾਲਿਆ ਜੋ ਮੰਗਿਆ ਤੂੰ ਸਾਨੂੰ ਉਹੀ ਦਿੱਤਾ। ਕੀ ਮੰਗਿਆ ਸੀ? ਸਾਥ ਮੰਗਿਆ ਸੀ, ਰੱਬ ਦਾ, ਪਿਆਰੇ ਦਾ, ਸੱਜਣ ਦਾ। ਤੇ ਜੇ ਅਸੀਂ ਹੁੰਦੇ ਅਸੀਂ ਕੀ ਕਹਿਣਾ ਸੀ? ਮਹਾਰਾਜ 5 ਕਨਾਲਾਂ ਹੋਰ ਦੇ ਦਿਓ, ਗੱਲ ਬਣ ਜੂ। ਆਖੋ ਸਤਨਾਮ। ਆ 20 ਕਿੱਲੇ ਹੈਗੇ ਆ, ਜੇ 5 ਹੋਰ ਮਿਲ ਜਾਣ ਤੁਹਾਡੀ ਕਿਰਪਾ ਨਾਲ ਇੱਕ ਪੂਰਾ ਟੱਕ ਹੋ ਜੂਗਾ। ਉਹ ਇੱਥੇ ਕੀਲਿਆਂ ਵਾਲੇ ਵੀ ਚਲ ਗਏ, ਇੱਥੇ ਏਕੜਾਂ ਵਾਲੇ ਵੀ ਚਲੇ ਗਏ, ਸਭ ਨੇ ਚਲੇ ਜਾਣਾ। ਜ਼ਿੰਦਗੀ ਤੇ ਉਹਨੂੰ ਕਹਿੰਦੇ ਜਿਹੜੀ ਤੁਸੀਂ ਜੀ ਲਈ। ਕੱਲ ਦਾ ਦਿਨ ਲੰਘਿਆ, ਬੜੇ ਆਨੰਦ ਵਿੱਚ ਲੰਘਿਆ, ਹੱਸ ਖੇਡ ਕੇ ਲੰਘਿਆ, ਰਸ ਦੇ ਨਾਲ ਲੰਘਿਆ, ਸਕੂਨ ਹੈ। ਸਾਡਾ ਕੱਲ ਖਰਾਬ ਨਹੀਂ ਹੋਇਆ, ਅੱਜ ਵੀ ਸਾਡਾ ਚੰਗਾ ਏ, ਤੇ ਹੋ ਸਕਦਾ ਕੱਲ ਵੀ ਚੰਗਾ ਹੋਵੇ। ਜ਼ਿੰਦਗੀ ਉਮੀਦ ਹੈ, ਪਰ ਸਾਡੀ ਜ਼ਿੰਦਗੀ, ਅਸੀਂ ਕੱਲ ਵੀ ਦੁਖੀ ਸੀ, ਅੱਜ ਪੁੱਛੋ ਕੀ ਹਾਲ ਹੈ। ਬਸ ਜੀ ਪੁੱਛੋ ਨਾ, ਦਵਾਈ ਚੱਲਦੀ ਹੈ, ਇਹਦੇ ਭਾਈ ਚੱਲਦੀ ਰਹਿਣੀ ਜਿਹੜੇ ਲੱਛਣ ਤੇ। ਕੱਲ ਕਹਿੰਦੇ ਕੱਲ ਵੀ ਵੇਖਦੇ ਆ, ਡਾਕਟਰ ਨੇ ਅਪੁਆਇੰਟਮੈਂਟ ਨਹੀਂ ਦਿੱਤੀ, ਮੁੰਡਾ ਵੀ ਠੀਕ ਨਹੀਂ, ਕੁੜੀ ਵੀ ਠੀਕ ਨਹੀਂ, ਘਰ ਵਾਲਾ ਵੀ ਠੀਕ ਨਹੀਂ। ਕੋਈ ਠੀਕ ਆਉਣਾ ਇੱਥੇ? ਜਿੱਦਣ ਤੂੰ ਠੀਕ ਹੋ ਗਿਆ ਨਾ, ਸਭ ਠੀਕ ਹੋ ਜਾਣੇ। ਆਖੋ ਸਤਨਾਮ। ਆਪਣੇ ਆਪ 'ਚ ਡਿਫੈਕਟ ਹੈ ਜੇ, ਅਸੀਂ ਖੁਸ਼ ਨਹੀਂ ਆ। ਇੱਥੇ ਗਰੀਬ ਵੀ ਰੋਈ ਜਾਂਦਾ ਹੈ, ਰੋਂਦਾ ਅਮੀਰ ਵੀ ਫਿਰਦਾ ਹੈ। ਫਿਰ ਸੁਖੀ ਕੌਣ ਹੈ? ਇੱਕ ਬੰਦਗੀ ਵਾਲੇ ਆ ਜਿਨ੍ਹਾਂ ਨੂੰ ਪਰਵਾਹੀ ਕਿਸੇ ਦੀ ਕੋਈ ਨਹੀਂ। ਭਾਈ ਬਾਲਾ ਜੀ ਨੇ ਮੰਗਿਆ, ਮਹਾਰਾਜ ਮੈਨੂੰ ਤੇਰਾ ਸਾਥ ਚਾਹੀਦਾ। ਗੁਰੂ ਸਾਹਿਬ ਕਹਿੰਦੇ ਬਾਲਿਆ ਇਹੀ ਮਿਲੇਗਾ। ਇੰਨੇ ਬਚਨ ਕਹਿ ਕੇ ਸਤਿਗੁਰ ਨਾ ਬੋਲੇ, ਉੱਠ ਕੇ ਘਰ ਨੂੰ ਆ ਗਏ। ਆਏ ਨਗਰ ਵਿਖੇ ਨਿਜ ਸਦਨਾ, ਪਰ ਫੁੱਲਤ ਅਰਬਿੰਦ ਸੋ ਬਦਨਾ। ਦੀਨ ਦੁਨੀਆ ਦੇ ਮਾਲਕ ਹੱਸਦੇ ਖੇਡਦੇ ਖੁਸ਼ ਪ੍ਰਸੰਨ ਆਪਣੇ ਘਰੇ ਆ ਗਏ। ਪਿਤਾ ਜੀ ਨੂੰ ਸ਼ੱਕ ਹੋ ਗਿਆ ਵੀ ਹੱਸਦਾ ਕਿਉਂ ਆ ਇਹ ਦੁਨੀਆ। ਇੱਥੇ ਤੁਸੀਂ ਰੋਣ ਵਾਲਾ ਮੂੰਹ ਬਣਾਇਆ, ਲੋਕਾਂ ਨੂੰ ਫੇਰ ਓਬਜੈਕਸ਼ਨ ਆ, ਤੈਨੂੰ ਪ੍ਰੋਬਲਮ ਕੀ ਹੈ? ਤੁਸੀਂ ਹੱਸੋ, ਕਹਿੰਦੇ ਤੂੰ ਹੱਸਦਾ ਕਿਉਂ ਹੈ? ਜੇ ਚੁੱਪ ਹੋ ਤੂੰ ਬੋਲਦਾ ਕਿਉਂ ਨਹੀਂ? ਜੇ ਬੋਲੀਏ ਉਹ ਤੂੰ ਚੁੱਪ ਨਹੀਂ ਰਹਿੰਦਾ। ਮਰਦ ਨੇ ਲਿਖਿਆ ਸੀ ਨਾ ਪਿੱਛੇ, ਕਹਿੰਦੇ ਜੇ ਬੋਲਾਂ ਤਾਂ ਆਖੀਐ ਬੜ ਬੜ ਆਖੈ ਨਿਤ। ਜੇ ਬੋਲਾਂ ਤੇ ਲੋਕੀ ਕਹਿੰਦੇ ਬੜ ਬੜ ਕਰਦਾ ਹੈ। ਪਿਤਾ ਜੀ ਬੜੇ ਹੈਰਾਨ ਵੀ ਜਿਹੜਾ ਸਾਰਾ ਦਿਨ ਸੁੱਤਾ ਪਿਆ ਰਹਿੰਦਾ ਹੈ, ਜੰਗਲਾਂ 'ਚ ਬੈਠਾ ਰਹਿੰਦਾ ਹੈ, ਅੱਜ ਬੜਾ ਖੁਸ਼ ਹੈ, ਇਹਨੂੰ ਕੀ ਮਿਲ ਗਿਆ? ਕਹਿੰਦੇ ਪੋਤੇ ਅੱਜ ਬੜਾ ਖੁਸ਼ ਹੈ। ਗੁਰੂ ਸਾਹਿਬ ਨੇ ਕੋਈ ਜਵਾਬ ਨਹੀਂ ਦਿੱਤਾ। ਭਾਈ ਬਾਲਾ ਤੇ ਮਰਦਾਨਾ ਕਹਿੰਦੇ ਖੁਸ਼ੀ ਦਾ ਟਿਕਾਣਾ ਕੋਈ ਨਹੀਂ, ਘਰ ਆ ਕੇ ਤਿਆਰੀ ਖਿੱਚ ਲਈ। ਭਾਈ ਬਾਲਾ ਜੀ ਨੇ ਆਪਣੇ ਪਿਤਾ ਚੰਦਰਭਾਨ ਜੀ ਨੂੰ ਦੱਸਿਆ, ਬਾਪੂ ਜੀ ਗੁਰੂ ਨਾਨਕ ਸਾਹਿਬ ਦੀ ਸੰਗਤ ਵਿੱਚ ਦੇਸ਼ ਵਿਦੇਸ਼ ਚੱਲੇ ਆ। ਕਹਿੰਦੇ ਪੁੱਤ ਜੀ ਸੱਦ ਕੇ ਜਾਣਾ ਚਾਹੀਦਾ। ਵਾਹ! ਉਹ ਪਿਤਾ ਨੇ ਨਹੀਂ ਕਿਹਾ ਵੀ ਪਾਣੀ ਕੌਣ ਲਾਊਗਾ ਖੂਹ ਦਾ, ਮੱਝਾਂ ਨੂੰ ਪੱਠੇ ਕੌਣ ਪਾਊਗਾ, ਟੋਪੇ ਤੇ ਕੌਣ ਲੈ ਕੇ ਜਾਊਗਾ, ਜ਼ਿੰਮੇਵਾਰੀ ਘਰ ਦੀ ਕੌਣ ਚੱਕੂਗਾ। ਕਹਿੰਦੇ ਇੱਕ ਵਾਰ ਵੀ ਨਹੀਂ ਕਿਹਾ। ਪਿਤਾ ਕਹਿੰਦੇ ਠੀਕ ਹੈ। ਹੁਣ ਭਾਈ ਮਰਦਾਨਾ ਜੀ ਨੇ ਆਪਣੇ ਪਰਿਵਾਰ ਨੂੰ, ਪਤਨੀ ਨੂੰ, ਬੱਚਿਆਂ ਨੂੰ ਦੱਸਿਆ। ਉਹਨਾਂ ਥੋੜਾ ਜਿਹਾ ਕਿਹਾ, ਕਹਿੰਦੇ ਆਪਾਂ ਭੁੱਖੇ ਮਰ ਜਾਾਂਗੇ। ਉਹ ਕਹਿੰਦਾ ਨਹੀਂ ਮਰਦੇ ਭੁੱਖੇ, ਜਿਸ ਦਾ ਰਾਖਾ ਗੁਰੂ ਨਾਨਕ ਸਾਹਿਬ ਆਪ ਹੋਵੇ ਉਹ ਕਦੇ ਭੁੱਖਾ ਸੌਂ ਸਕਦਾ ਹੈ? ਘਰ ਵਾਲੀ ਕਹਿੰਦੀ ਉਹਨਾਂ ਦੇ ਆਸਰੇ ਆਪਾਂ ਜਿਉਂਦੇ ਆ, ਜੇ ਲੈ ਕੇ ਜਾਂਦੇ ਤੂੰ ਵੀ ਜਾ। ਆਖੋ ਸਤਨਾਮ। ਇੱਥੇ ਕੀ ਕਰਨ ਲੜੇਂਗਾ ਹੀ? ਭਾਈ ਮਰਦਾਨੇ ਦਾ ਜਿਹੜਾ ਪਰਿਵਾਰ ਆ ਉਹ ਮਰਾਸੀ ਪਰਿਵਾਰ ਹੈ। ਹੁਣ ਮਰਾਸੀ ਕਿਹਨੂੰ ਕਹਿੰਦੇ ਆ? ਮੈਂ ਕਹਿੰਦਾ ਰੋਟੀ ਖਾਂਦਿਆਂ ਦਾ ਨਹੀਂ ਪਤਾ ਡਾਂਗੂ ਡਾਂਗੀ ਕਦੋਂ ਹੋ ਜਾਣਾ। ਇਕੱਠੇ ਬਹਿ ਕੇ ਚਾਹ ਨਹੀਂ ਪੀ ਸਕਦੇ, ਇਕੱਠੇ ਬਹਿ ਕੇ ਖਾਣਾ ਨਹੀਂ ਖਾ ਸਕਦੇ। ਜਦ ਕੋਈ ਬੰਦੇ ਦੋ ਲੜਦੇ ਆ, ਲੋਕੀ ਕਹਿੰਦੇ ਉਹ ਕਿਉਂ ਮਰਾਸੀਆਂ ਵਾਂਗੂ ਲੜਦੇ ਹੋ? ਬਹਿ ਜਾਓ ਟਿੱਕੇ। ਭਾਈ ਮਰਦਾਨਾ ਨੂੰ ਉਹਦੀ ਪਤਨੀ ਕਹਿੰਦੀ ਜਾ ਤੂੰ, ਕੋਈ ਗੱਲ ਨਹੀਂ, ਧੀ ਵਿਆਹੀ ਕੀ ਜ਼ਿੰਮੇਵਾਰੀ ਖਤਮ ਹੈ। ਜਦੋਂ ਸਾਡੇ ਵੱਡੇ ਕਹਿੰਦੇ, ਕਿਉਂਕਿ ਗੁਰੂ ਸਾਹਿਬ ਵੱਡੇ ਆ, ਵੇਦੀ ਵੰਸ਼ ਹੈ, ਇਹ ਵੇਦੀ ਵੰਸ਼ ਦੇ ਮਰਾਸ਼ੀ ਨੇ। ਇਹਨਾਂ ਤੇ ਪਤਾ ਹੈ ਵੀ ਸਤਿਗੁਰਾਂ ਦੇ ਪਿਤਾ ਜੀ ਭਾਈ ਮਰਦਾਨਾ ਜੀ ਦੀ ਕੁੱਲ ਦਾ, ਪਰਿਵਾਰ ਦਾ ਫਿਕਰ ਕਰਦੇ ਆ ਵੀ ਚਲੋ ਸਾਡੇ ਹੀ ਨੇ, ਸਾਡੀ ਕੁੱਲ ਦੇ ਵਫਾਦਾਰ ਨੇ, ਇਮਾਨਦਾਰ ਨੇ। ਭਾਈ ਮਰਦਾਨੀ ਨੂੰ ਕੋਈ ਚਿੰਤਾ ਨਹੀਂ, ਪਿੱਛੋਂ ਘਰ ਪਰਿਵਾਰ ਦੀ ਚਿੰਤਾ ਸੀ, ਧੀ ਵਿਆਹੁਣ ਦੀ। ਜਿੱਦਣ ਧੀਆਂ ਵਿਆਹੀਆਂ ਜਾਣ ਚਿੰਤਾਵਾਂ ਖਤਮ ਨੇ, ਪਰ ਸਾਡੀਆਂ ਕਿੱਥੇ ਹੁੰਦੀਆਂ? ਧੀ ਵਿਆਹੀ ਜਾਏ ਸਾਨੂੰ ਹੋਰ ਚਿੰਤਾ ਹੋ ਜਾਂਦੀ। ਕਹਿੰਦੇ ਹੁਣ ਧੀ ਦੇ ਘਰੇ ਧੀ ਆ, ਹੁਣ ਉਹਦੇ ਬਾਰੇ ਵੀ ਸੋਚਣਾ ਪੈਣਾ ਹੈ। ਹੁਣ ਮੁੰਡੇ ਕੋਲ ਵੀ ਧੀ ਆ ਗਈ, ਉਹਦੇ ਬਾਰੇ ਉਹ ਜਿੰਨਾ ਜਨਮ ਦਿੱਤਾ ਉਹ ਆਪ ਹੀ ਸੋਚਣਗੇ। ਤੇਰਾ ਮਕਸਦ ਜ਼ਿੰਦਗੀ ਦਾ ਪੂਰਾ, ਤੂੰ ਧੀ ਪੁੱਤ ਵਿਆਹ ਲਏ ਆ, ਰੱਬ ਦਾ ਸ਼ੁਕਰ ਕਰ, ਹੁਣ ਤੇ ਉਮਰ ਥੋੜੀ ਰਹਿ ਗਈ, ਬੰਦਗੀ ਕਰ। ਇਹ ਚਿੰਤਾਵਾਂ ਜ਼ਿੰਮੇਵਾਰੀਆਂ ਉਹਨਾਂ ਦੀਆਂ ਨੇ, ਜਿਵੇਂ ਤੂੰ ਨਿਭਾਈਆਂ ਉਹ ਆਪ ਹੀ ਨਿਭਾ ਲੈਣਗੇ। ਪਰ ਅਸੀਂ ਲੱਤ ਡਾਉਂਦੇ ਫਿਰਦੇ ਹਾਂ ਵਿੱਚ ਵਿਚਾਲੇ, ਤਾਂ ਦੁਖੀ ਆ। ਕਿਤੇ ਔਲਾਦ ਕਹਿੰਦੀ ਉਹ ਬਾਬਾ ਬਹਿ ਜਾ ਟਿੱਕੇ, ਕਾਹਨੂੰ ਪੰਗੇ ਲੈਣੇ? ਮਾਂ ਨੂੰ ਵੀ ਪੁੱਤ ਕਹਿ ਸਕਦਾ ਨਹੀਂ, ਸਿੱਧਾ ਘੁਮਾ ਫਿਰਾ ਕੇ ਘਰ ਵਾਲੀ ਨੂੰ ਕਹੀ ਜਾਂਦਾ। ਕਹਿੰਦਾ ਮਾਤਾ ਵੀ ਨਹੀਂ ਸਾਡੀ ਟਿਕਦੀ, ਵੀ ਤੂੰ ਟੇਕੇ ਬਹਿ ਜਾ, ਰੱਬ ਰੱਬ ਕਰ। ਆਦਤ ਹੁੰਦੀ ਬੁੜਿਆਂ ਨੂੰ।
ਹੁਣ ਉਹਨਾਂ ਸਮਿਆਂ ਦੇ ਮਾਤਾ ਪਿਤਾ ਵੇਖੋ ਭਾਈ ਬਾਲਾ ਜੀ ਦੇ, ਕਹਿੰਦੇ ਪੁੱਤ ਜਾ ਕੋਈ ਨਹੀਂ। ਭਾਈ ਮਰਦਾਨੇ ਦਾ ਪਰਿਵਾਰ ਜੋ ਮਰਾਸੀਆਂ ਦਾ ਪਰਿਵਾਰ ਹੈ, ਲੜ ਲੜ ਪੈਂਦੇ ਆ, ਕਹਿੰਦੇ ਕੋਈ ਚੱਕਰ ਨਹੀਂ ਹੈ, ਜਾਓ ਤੁਸੀਂ, ਜੇ ਗੁਰੂ ਸਾਹਿਬ ਲੈ ਕੇ ਚੱਲੇ ਤੁਹਾਨੂੰ ਜਾਣਾ ਚਾਹੀਦਾ ਹੈ। ਹੁਣ ਗੁਰੂ ਸਾਹਿਬ ਦੇ ਸਾਥੀ ਤੇ ਘਰੋਂ ਖੁਸ਼ ਨੇ, ਤੇ ਬਾਬੇ ਨਾਨਕ ਦਾ ਪਰਿਵਾਰ ਕਿੰਨਾ ਕੁ ਖੁਸ਼ ਹੈ ਉਹ ਸੁਣ ਲਓ ਅੱਗੇ। ਅਜੇ ਤੇ ਪਤਾ ਨਹੀਂ ਘਰੇ ਕਿਸੇ ਨੂੰ, ਕਿਉਂਕਿ ਪਿਤਾ ਜੀ ਦੇ ਸੁਭਾਅ ਤੋਂ ਸਾਰੇ ਹੀ ਡਰਦੇ ਆ, ਇਸ ਕਰਕੇ ਕਿਸੇ ਨੇ ਮਰਦ ਨੂੰ ਘਰੇ ਬੁਲਾਉਣ ਨਹੀਂ ਆਉਣਾ ਵੀ ਸੱਚੇ ਪਾਤਸ਼ਾਹ ਸੀ ਉੱਥੇ ਖੜੇ ਆ ਜਿਓ। ਇਹ ਮਰਦ ਵੱਲੋਂ ਹੀ ਸੁਨੇਹਾ ਆਊਗਾ ਫਲਾਣੀ ਥਾਂ ਆ ਜਿਓ ਭਾਈ। ਜੇ ਘਰੇ ਆਏ ਤੇ ਝੋਲੇ ਅੰਦਰ ਰਖਾ ਲੈਣੇ ਬਾਪੂ ਨੇ ਵੀ ਕਿੱਧਰ ਚੱਲੇ ਹੋਏ, ਤੁਹਾਡਾ ਰੋਜ਼ ਦਾ ਹੀ ਕੰਮ ਹੋ ਗਿਆ। ਬੋਲਦੇ ਇਦਾਂ ਹੀ ਆ। ਗੁਰੂ ਸਾਹਿਬ ਬੜੇ ਆਨੰਦ 'ਚ ਬੈਠੇ ਆ, ਬੇਪਰਵਾਹ ਬੈਠੇ, ਇਸ਼ਾਰਾ ਦੇ ਦਿੱਤਾ ਜਿਸ ਦਿਨ ਜਾਵਾਂਗੇ ਸੁਨੇਹਾ ਭੇਜ ਦਿਆਂਗੇ। ਸਵਈਆ ਬੈਨ ਕਹੀ ਨਿਜ ਧਾਮ ਵਿਖੇ, ਅਬ ਨਾਨਕ ਜੀ ਚੱਲ ਵੇ ਕਿਤ ਤਿਆਰਾ। ਹੁਣ ਇੱਧਰ ਜਦੋਂ ਭਾਈ ਬਾਲਾ ਜੀ ਦੇ ਪਿਤਾ ਨੂੰ ਪਤਾ ਲੱਗਿਆ ਵੀ ਸਤਿਗੁਰ ਚੱਲੇ, ਕਹਿੰਦੇ ਪੁੱਤ ਜਾ ਆਓ ਕੋਈ ਨਹੀਂ। ਭਾਈ ਮਰਦਾਨਾ ਜੀ ਦੇ ਘਰੋਂ ਗੱਲ ਲੀਕ ਹੋ ਗਈ। ਜਦੋਂ ਉਹਨਾਂ ਨੇ ਗਿਆ, ਕਿਸੇ ਮਰਾਸੀ ਨੇ, ਨੇੜੇ ਤੇੜੇ ਗਵਾਂਢੀ ਨੇ, ਭਾਈਚਾਰੇ ਨੇ ਜਾ ਕੇ ਦੱਸਤਾ, ਕਹਿੰਦੇ ਐ ਕਲਿਆਣ ਚੰਦ ਜੀ ਪਟਵਾਰੀ ਸਾਹਿਬ, ਮੈਂ ਸੁਣਿਆ ਤੁਹਾਡਾ ਪੁੱਤ ਚੱਲਿਆ ਕਿਤੇ ਦੂਰ ਪਾਰ ਦੇਸ਼ ਵਿਦੇਸ਼। ਉਹ ਬਾਪੂ ਕਹਿੰਦਾ ਤੂੰ ਸ਼ੁਭ ਸ਼ੁਭ ਬੋਲ, ਉਹਨੇ ਕਿਤੇ ਨਹੀਂ ਜਾਣਾ, ਤੈਨੂੰ ਕਿਹਨੇ ਦੱਸਿਆ? ਕਹਿੰਦੇ ਭਾਈ ਮਰਦਾਨਾ ਝੋਲਾ ਤਿਆਰ ਕਰੀ ਫਿਰਦਾ, ਆਖੋ ਸਤਨਾਮ, ਉਹਦੇ ਪੋਟਲੀ ਚੁੱਕੀ ਫਿਰਦਾ ਜਾਣ ਵਾਸਤੇ, ਉਹਦੇ ਘਰੋਂ ਸੁਣਿਆ। ਬਾਪੂ ਰੁਖੇ ਚੜ ਗਈ ਵੀ ਆਹ ਦੋ ਬੰਦੇ ਨਾ ਤੂੰ ਮੈਂ 20 ਵਾਰ ਖਹਿੜਾ ਛਡਾ ਲਿਆ, ਫੇਰ ਪਿੱਛੇ ਪਿੱਛੇ ਫਿਰੀ ਜਾਂਦੇ ਆ, ਮੇਰੇ ਪੁੱਤ ਨੂੰ ਪੱਟਦੇ ਨੇ। ਸੰਗ ਚਲੇ ਤਿੰਨ ਕੀ ਹਮ ਤਾਂ ਛਿਨ, ਪ੍ਰੀਤ ਵਿਸਾਲ ਦਿਆਲ ਉਧਾਰ। ਹੁਣ ਜਦੋਂ ਉਸੇ ਬੰਦੇ ਨੇ ਆ ਕੇ ਵੈਰੀਫਿਕੇਸ਼ਨ ਕੀਤੀ, ਕਿਉਂਕਿ ਤੁਹਾਡੇ ਆਪਣੇ ਹੀ ਸੋਰਸ ਤੁਹਾਡੀ ਮੌਤ ਦਾ ਕਾਰਨ ਹੁੰਦੇ ਆ। ਆਪਾਂ ਕਹੀਏ ਯਾਰ ਸਾਡੇ ਘਰ ਦੀਆਂ ਗੱਲਾਂ ਬਾਹਰ ਕਿਵੇਂ ਜਾਂਦੀਆਂ, ਬਾਹਰ ਕਿਸੇ ਨੇ ਕੀ ਕਰਨੀਆਂ, ਤੁਹਾਡੇ ਆਪਣੀ ਕਰੀ ਜਾਂਦੇ ਆ। ਮੈਂ ਕਹਾ ਮੇਰੀ ਗੱਲ ਕਿਸੇ ਨੇ ਇਦਾਂ ਕੀਤੀ, ਮੈਨੂੰ ਕਿਸੇ ਨੇ ਮਾੜਾ ਕਿਹਾ, ਉਹ ਮੇਰੇ ਆਪਣਿਆਂ ਨਹੀਂ ਕਿਹਾ ਹੋਣਾ, ਬਗਾਨੇ ਨੇ ਕੀ ਕਹਿਣਾ। ਹੁਣ ਭਾਈ ਮਰਦਾਨੇ ਨੂੰ ਜਦੋਂ ਮਰਾਸੀ ਨੇ ਪੁੱਛਿਆ, ਕਹਿੰਦਾ ਹਾਂ ਤਾਇਆ ਅਸੀਂ ਚੱਲੇ ਆ ਗੁਰੂ ਸਾਹਿਬ ਨਾਲ, ਬੜੀ ਖੁਸ਼ੀ ਹੈ। ਕਹਿੰਦੇ ਆਉਂਗੇ ਕਦੋਂ? ਕਹਿੰਦੇ ਹੁਣ ਇੱਥੇ ਕੀ ਕਰਨ ਆਉਣਾ ਸੀ ਨੇ, ਚਾਹੀਏ ਇੰਨਾ ਸੀ। ਜਦੋਂ ਬੰਦਾ ਵਿਦੇਸ਼ ਜਾਂਦਾ ਕਹਿੰਦਾ ਨਹੀਂ ਲਾ ਅਸੀਂ ਨਹੀਂ ਮੁੜਦੇ, ਉੱਥੇ ਹੀ ਰਹਾਂਗੇ। 15 ਕੁ ਸਾਲਾਂ ਬਾਅਦ 20 ਕੁ ਸਾਲਾਂ ਬਾਅਦ ਮੂੰਹ ਚੱਕਿਆ ਹੁੰਦਾ ਹੈ, ਜਦੋਂ ਗੋਡੇ ਗੋਡੇ ਜਵਾਬ ਦੇ ਜਾਣ, ਜੁਆਇੰਟ ਪੇਨ ਹੋਣ ਲੱਗ ਜੇ, ਕੰਮ ਕਾਰ ਕਰਕੇ ਥੱਕ ਗਏ, ਫਿਰ ਉਹ ਅਮਰੀਕਾ ਵਾਲੇ ਪਤਾ ਕੀ ਕਹਿੰਦੇ ਆ, ਬਸ ਹੁਣ ਤੇ ਬਹੁਤ ਹੋ ਗਿਆ ਜੀ, ਹੁਣ ਤੇ ਨਾ ਇੰਡੀਆ ਸੈਟਲ ਹੋ ਜਾਣਾ ਹੈ। ਵੀ ਪਹਿਲਾਂ ਤੈਨੂੰ ਕਿਨੇ ਹਲਕੇ ਕੁੱਤੇ ਨੇ ਵੱਢਿਆ ਸੀ, ਉਦੋਂ ਤੇ ਤੂੰ ਕਹਿੰਦਾ ਆ ਵੀ ਵੇਚ ਰਹਿਣਾ ਹੀ, ਅਸੀਂ ਇੱਥੇ ਨਹੀਂ ਜਾਣਾ ਹੀ ਉੱਥੇ ਹੈ। ਫਿਰ ਇੱਧਰ ਨੂੰ ਤੁਰ ਪੈਂਦੇ ਮੂੰਹ ਚੁੱਕ ਕੇ। ਇਹ ਕੀ ਹੈ, ਟਕਾ ਨਹੀਂ ਹੈ ਕਿਤੇ। ਖੁਸ਼ੀ ਇੰਨੀ ਭਾਈ ਮਰਦਾਨਾ ਜੀ ਨੂੰ, ਹੁੱਬ ਕੇ ਦੱਸਤਾ, ਉਹਨਾਂ ਨੂੰ ਕਿਹੜਾ ਡਰ ਹੈ। ਕਹਿੰਦੇ ਸਾਡੇ ਆਉਣ ਦਾ ਕੋਈ ਨਹੀਂ ਪਤਾ, ਚੱਲੇ ਜ਼ਰੂਰ ਆ। ਕਹਿੰਦੇ ਜਾਣਾ ਕਿੱਥੇ ਹੈ? ਸਮੁੰਦਰਾਂ ਤੋਂ ਪਾਰ। ਕੋਈ ਉਦੋਂ ਕਿਹੜਾ ਸ਼ਿਪ ਦੂਜੇ ਜਹਾਜ਼ ਹੁੰਦੇ ਸੀ ਵੀ ਫਲਾਈ ਕਰਕੇ ਉੱਡ ਜਾਣਾ। ਛਾਹ ਕਿੰਨਾ ਖੁਸ਼ੀ ਕਿੰਨੀ ਹੈ, ਕਦੇ ਘਰੋਂ ਨਿਕਲੇ ਨਹੀਂ, ਪਿੰਡੋਂ ਬਾਹਰ ਨਹੀਂ ਗਏ। ਕਹਿੰਦੇ ਉਹਨਾਂ ਨੇ ਆ ਕੇ ਜੀ ਪੱਕੀ ਖਬਰ ਦੱਸਤੀ, ਕਹਿੰਦੇ ਇਹ ਤੇ ਬਹੁਤ ਦੂਰ ਚੱਲੇ ਆ। ਕਿੱਥੇ? 7 ਸਮੁੰਦਰ ਪਾਰ। ਸਾਗਰ 4 ਹੀ ਨੇ, ਹੁਣ 5ਵਾਂ ਪੈਦਾ ਹੋਇਆ ਹਿੱਸਾ ਕਰਕੇ। ਅਸੀਂ ਹੁਣ ਤੱਕ 7 ਮੰਨਦੇ ਰਹੇ ਆ, ਉਹ ਪੂਰਬ ਦੱਖਣ ਕਰਕੇ ਕਹਿ ਦਿੰਦੇ ਆ। ਮੰਨ ਲਓ ਅਟਲਾਂਟਿਕ ਸਾਗਰ ਹੈ, ਉਹਦਾ ਜਿਹੜਾ ਦੱਖਣੀ ਛੋਲ ਆ ਉਹਨੂੰ ਅਲੱਗ ਸਮੁੰਦਰ ਮੰਨ ਲਿਆ, ਜਿਹੜਾ ਪੱਛਮ ਵਾਲੇ ਪਾਸੇ ਨੂੰ ਅਲੱਗ ਮੰਨਿਆ ਜਾਂਦਾ। ਇਦਾਂ ਕਰਕੇ 7 ਹੁੰਦੇ ਆ, ਵੈਸੇ 4 ਸਮੁੰਦਰ ਵੱਡੇ ਆ ਧਰਤੀ ਦੇ, ਹੁਣ 5 ਮੰਨੇ ਜਾਂਦੇ ਆ। 7 ਸੁੱਤ ਕੋਈ ਨਹੀਂ। ਕਹਿੰਦੇ ਸਮੁੰਦਰੋਂ ਪਾਰ ਚੱਲੇ ਆ। ਹੁਣ ਸਮੁੰਦਰੋਂ ਪਾਰ ਵਿਦੇਸ਼ ਮੰਨਿਆ ਜਾਂਦਾ, ਅੱਜ ਵੀ ਫੋਰਨ ਹੈ, ਕੋਈ ਵੀ ਕੰਟਰੀ ਮਹਾਂਦੀਪ ਹੈ, ਸਾਡੇ ਦੇਸ਼ ਤੋਂ ਅਲੱਗ ਹੋਏਗਾ, ਟਾਪੂ ਹੋਏਗਾ, ਆਈਸਲੈਂਡ ਹੋਏਗਾ, ਵਿਦੇਸ਼ ਦੀ ਧਰਤੀ ਹੈ। ਹੁਣ ਜਦੋਂ ਸਾਰੇ ਪਿੰਡ 'ਚ ਖਬਰ ਪਹੁੰਚ ਗਈ, ਭਾਈ ਬਾਲਾ ਤੇ ਭਾਈ ਮਰਦਾਨਾ ਬਹੁਤ ਖੁਸ਼ ਨੇ। 2-2 ਵਸਤਰ ਆਪਣੇ ਲੈ ਲਏ, ਇੱਕ ਧੋ ਕੇ ਪਾਉਣ ਨੂੰ, ਜ਼ਿਆਦਾ ਨਹੀਂ ਚੁੱਕਦੇ ਵਸਤਰ, ਇੱਕ ਪਾਏ ਹੋਏ ਆ, ਇੱਕ ਚੇਂਜ ਕਰਨ ਵਾਸਤੇ। ਤਿਆਰੀ ਪੂਰੀ ਹੈ, ਪੋਟਲੀਆਂ ਬੰਨੀਆਂ ਨੇ, ਕਦੋਂ ਸਤਿਗੁਰ ਸੱਦਾ ਦੇਣਗੇ। ਜੋ ਸੁਧ ਫੀ ਸਭ ਸ੍ਰੀ ਗੁਰ ਆਲਿਆ, ਮਾਤ ਪਿਤਾ ਸੁਧ ਦੇਹ ਵਿਸਾਰਾ। ਹੁਣ ਜਦੋਂ ਸਤਿਗੁਰਾਂ ਦੀ ਖੁਸ਼ੀ ਦਾ ਟਿਕਾਣਾ ਕੋਈ ਨਹੀਂ। ਗੁਰੂ ਨਾਨਕ ਸਾਹਿਬ ਮਹਾਰਾਜ ਪ੍ਰਸੰਨ ਨੇ। ਬਾਪੂ ਸੋਚਦਾ ਸੀ ਵੀ ਜਿਹੜਾ ਖੁਸ਼ ਜਾ ਫਿਰਦਾ ਕੋਈ ਚੱਕਰ ਹੈ। ਹੁਣ ਉਹਨੇ ਦੱਸਤਾ ਚੁਗਲਖੋਰ ਨੇ ਵੀ ਇਹ ਨਹੀਂ ਆਉਂਦੇ ਮੁੜ ਕੇ, ਹੁਣ ਅੱਗੇ ਇਮਨਾਬਾਦ ਤੋਂ ਮੋੜ ਲਿਆ ਸੀ, ਨਹੀਂ ਮੁੜਦੇ। ਬਾਪੂ ਨੇ ਜਦੋਂ ਆਪਣੀ ਪਤਨੀ ਨੂੰ ਦੱਸਿਆ ਨਾ ਕਿ ਸਤਿਗੁਰਾਂ ਦੇ ਪਿਤਾ ਜੀ ਨੇ, ਕਹਿੰਦੇ ਮਾਂ ਤੇ ਸੁੱਧ ਖੋ ਗਈ ਆਪਣੀ। ਕਵੀ ਲਿਖਦੇ ਆ, ਕਹਿੰਦੇ ਬੇਸੁੱਧ ਹੋ ਕੇ ਮਾਤਾ ਤ੍ਰਿਪਤਾ ਜੀ ਡਿੱਗ ਪਏ, ਗਸ਼ ਖਾ ਰਹੇ ਆ, ਚਿੰਤਾ ਪੈ ਗਈ ਸਮੁੰਦਰੋਂ ਪਾਰ ਜਾਣ ਕੇ। ਅੱਜ ਤੋਂ ਨਾ 20 ਕੁ ਸਾਲ ਪਹਿਲਾਂ ਵੇਖਿਓ,
25 ਸਾਲ ਪਿੱਛੇ ਹੋ ਜਾ। ਜਦ ਕਿਸੇ ਦਾ ਧੀ ਪੁੱਤ ਵਿਦੇਸ਼ ਜਾਂਦਾ ਸੀ, ਮਾਪੇ ਆਸਾਂ ਛੱਡ ਦਿੰਦੇ ਸੀ, ਕਹਿੰਦੇ ਹੁਣ ਨਹੀਂ ਆਉਂਦਾ, ਹੁਣ ਨਹੀਂ ਆਉਂਦਾ। ਤੇ ਹੁਣ ਵਾਲੇ ਅਰਦਾਸਾਂ ਕਰਾਉਂਦੇ ਫਿਰਦੇ, ਜੇ ਸਾਡੇ ਵਾਲਾ ਲੰਘ ਜੇ ਮੁੜ ਕੇ ਆਵੇ ਨਾ ਆਖੋ ਸਤਨਾਮ, ਉੱਥੇ ਹੀ ਰਹਿ ਰੂ ਜੇ ਡੌਂਕੀ ਲਾ ਕੇ ਲੰਘ ਜਾ, ਅਸਾਈਲਮ ਲੈ ਲਈ ਜਾ ਕੇ। ਕਰਦੀ ਨਾ ਦੁਨੀਆ ਦੇਖੋ ਦੁਨੀਆ ਕਿੱਥੇ ਗਈ ਹੋਈ ਆ। ਹੁਣ ਕੋਈ ਸਮਾਂ ਸੀ ਭਗਤ ਸਿੰਘ ਜੀ ਨੇ ਫਾਂਸੀ ਦੇ ਰੱਸੇ ਤਾਂ ਚੁੰਮੇ ਵੀ ਗੋਰਿਆਂ ਨੂੰ ਇੱਥੋਂ ਦਫਾ ਕਰੋ, ਵੀ ਸਾਨੂੰ ਇਹਨਾਂ ਦੇ ਕਾਨੂੰਨ ਪਸੰਦ ਨਹੀਂ। ਹੁਣ ਜਾ ਕੇ ਝਾੜੂ ਪੋਚੇ ਲਾਉਣੇ ਆ, ਕਹਿੰਦੇ ਸਾਨੂੰ ਪਸੰਦ ਹੀ ਉਹ ਨੇ। ਇਹਦਾ ਮਤਲਬ ਜਾਂ ਉਹ ਗਲਤ ਸੀ ਜਾਂ ਅਸੀਂ ਗਲਤ ਹਾਂ, ਕੋਈ ਤੇ ਹੈ। ਤੇ ਮੈਂ ਕਹਿੰਦਾ ਜਿਹੜੇ ਆ 15 ਅਗਸਤ ਆਉਂਦੀ ਝੰਡੇ ਝੁੰਡੇ 'ਚ ਲਹਿਰਾਉਂਦੇ ਆ ਨਾ, ਕਿਤੇ ਅੰਗਰੇਜ਼ ਕਹਿ ਦੇਣ ਇਹਨਾਂ ਨੂੰ ਵੀ ਆ ਜਿੰਨੇ ਇੰਡੀਅਨ ਨੇ ਇਹਨਾਂ ਨੂੰ 25 30 ਸਾਲ ਵਾਸਤੇ PR ਦਿੱਤੀ। ਉਹ ਝੰਡੇ ਝੁੰਡੇ ਇੱਥੇ ਕਿਸੇ ਨੇ ਨਹੀਂ ਲਹਿਰਾਉਣੇ, ਆਖੋ ਸਤਨਾਮ, ਲੱਭਣਾ ਹੀ ਨਹੀਂ ਕੋਈ ਇੱਥੇ, ਸਭ ਉੱਧਰ। ਕਿਤੇ ਨਾ ਕਿਤੇ ਅੱਜ ਸਾਨੂੰ ਉਹਨਾਂ ਦੇ ਅਸੂਲ ਪਸੰਦ ਨੇ, ਉਦੋਂ ਪਸੰਦ ਨਹੀਂ ਸੀ। ਵਕਤ ਬਦਲ ਜਾਂਦਾ ਹੈ, ਸੋਚਾਂ ਖਿਆਲ ਬਦਲ ਜਾਂਦੇ ਨੇ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਬੇਪਰਵਾਹ ਨੇ ਜੀ। ਭਾਈ ਬਾਲਾ ਮਰਦਾਨਾ ਦੀ ਖੁਸ਼ੀ ਦਾ ਟਿਕਾਣਾ ਕੋਈ ਨਹੀਂ, ਪਰ ਪਿਤਾ ਜੀ ਕਹਿੰਦੇ ਕਿਵੇਂ ਹੋ ਸਕਦਾ ਹੈ ਮੇਰਾ ਪੁੱਤ ਛੱਡ ਕੇ ਜਾਵੇ ਵਿਦੇਸ਼। ਚਿੰਤਾ ਪੈ ਗਈ ਪਿਤਾ ਜੀ ਨੂੰ, ਮੰਨ ਲਓ ਵੀ ਸਮਝ ਹੀ ਨਹੀਂ ਆਉਂਦਾ ਕੁਛ ਹੋ ਕੀ ਰਿਹਾ। ਪੁੱਤ ਨੂੰ ਆ ਕੇ ਬੁਲਾ ਕੇ ਵੇਖਦੇ ਆ ਵੀ ਜੇ ਕੁਛ ਦੱਸ ਹੀ ਦਏ, ਪਰ ਨਹੀਂ, ਉਹ ਬੇਪਰਵਾਹ ਬੈਠੇ ਆ। ਕਿਉਂਕਿ ਗੁਰੂ ਸਾਹਿਬ ਨੇ ਕਿਹੜਾ ਕੋਈ ਪੋਟਲੀ ਤਿਆਰ ਕੀਤੀ ਆ ਵੀ ਬੈਗ ਭਰ ਲਿਆ ਕੱਪੜਿਆਂ ਦਾ ਪਤਾ ਲੱਗੂ, ਉਹ ਤਾਂ ਇੱਦਾਂ ਹੀ ਉੱਠ ਕੇ ਤੁਰ ਪੈਂਦੇ ਆ। ਖੜਾਵਾਂ ਪਾਈਆਂ, ਖੜਾਵਾਂ 'ਚ ਨੰਗੇ ਪੈਰ ਨੰਗੇ ਸੀ। ਉਹ ਸਾਧੂ ਫਕੀਰ ਨੇ ਰੱਬ ਦੇ। ਪਿਤਾ ਜੀ ਸੂਹਾਂ ਦੀਆਂ ਲੈਂਦੇ ਨੇ, ਕਹਿੰਦੇ ਜਾਣ ਜੂਣ ਵਾਲੀ ਤੇ ਗੱਲ ਹੀ ਨਹੀਂ ਲੱਗਦੀ ਕੋਈ। ਪਰ ਲੋਕ ਕਹਿੰਦੇ ਨੇ ਰਹਿਣਾ ਨਹੀਂ, ਕੋਲ ਬਿਠਾ ਕੇ ਪੁੱਛਦੇ, ਕਹਿੰਦੇ ਪੁੱਤ ਜਾਣਾ ਕਿਤੇ? ਮਰਜ ਨਾ ਹਾਂ ਨਾ ਹੂੰ, ਚੁੱਪ ਰਹਿੰਦੀ, ਆਨੰਦ 'ਚ ਰਹਿੰਦੀ। ਸਤਿਗੁਰਾਂ ਦਾ ਨਾਮ ਬੋਲਣਾ ਪਿਤਾ ਨੂੰ ਤਕਲੀਫ ਦਿੰਦਾ ਏ। ਰਾਏ ਬੁਲਾਰ ਆਵਾਸ ਗਏ, ਤਹਿ ਜਾਵਤ ਹੀ ਬੋਰੋਦਨ ਕੀਨੋ। ਬਸ ਪਿਤਾ ਨੇ ਫਿਰ ਆਪਣੇ ਪੁੱਤ ਨੂੰ ਵੀ ਕੁਛ ਨਾ ਕਿਹਾ, ਨਾ ਭਾਈ ਬਾਲਾ ਮਰਦਾਨਾ ਨੂੰ ਮਿਲੇ ਵੀ ਉਹਨਾਂ ਨੂੰ ਮਿਲਣ ਦਾ ਕੀ ਫਾਇਦਾ ਹੈ। ਚੁੱਪ ਚਪੀਤੇ ਆਏ ਰਾਏ ਬੁਲਾਰ ਕੋਲੇ, ਪੈਰ ਫੜ ਕੇ ਸਤਿਗੁਰਾਂ ਦੇ ਪਿਤਾ ਭੁੱਬਾਂ ਮਾਰ ਕੇ ਰੋ ਪਏ। ਰਾਏ ਬੁਲਾਰ ਸਾਹਿਬ ਕਹਿੰਦੇ ਪਟਵਾਰੀ ਜੀ ਹੁਣ ਕੀ ਹੋ ਗਿਆ, ਹੁਣ ਤੇ ਪੁੱਤ ਵੀ ਘਰੇ ਐ। ਕਹਿੰਦਾ ਬਸ ਆਹੀ ਤੇ ਦੁੱਖ, ਆਖੋ ਸਤਨਾਮ, ਵੀ ਘਰੇ ਐ, ਉਹਨੇ ਘਰ ਰਹਿਣਾ ਨਹੀਂ। ਰਾਏ ਬੁਲਾਰ ਸਾਹਿਬ ਨੂੰ ਬੜੀ ਹਮਦਰਦੀ ਹੈ, ਕਿਉਂਕਿ ਉਹ ਸਤਿਗੁਰਾਂ ਨੂੰ ਬਹੁਤ 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 ਪ੍ਰੇਮ ਕਰਦੇ ਨੇ। ਪਰ ਗੁਰੂ ਸਾਹਿਬ ਦੇ ਪਿਤਾ ਜੀ ਰੋ ਪਏ, ਕਹਿੰਦੇ ਮੈਨੂੰ ਬਖਸ਼ ਲਾ, ਮੈਨੂੰ ਬਚਾ ਲੈ। ਰਾਏ ਬੁਲਾਰ ਫੇਰ ਪੁੱਛਦੇ ਨੇ ਐਸਾ ਕੀ ਹੋਇਆ? ਸਤਿਗੁਰ ਤੇ ਨਗਰ ਵਿੱਚ ਰਹਿੰਦੇ ਨੇ। ਸ੍ਰੀ ਗੁਰ ਕੀ ਜਨਨੀ ਔਰ ਆਤਰ, ਤਾਤ ਗਇਓ ਪਿਤ ਭਰਾਤ ਸੋ ਤੀਨੋ। ਐਨੇ ਨੂੰ ਸਤਿਗੁਰਾਂ ਦੇ ਚਾਚਾ ਲਾਲੂ ਜੀ ਉਹ ਵੀ ਸਭਾ ਵਿੱਚ ਆ ਗਏ, ਮਾਤਾ ਤ੍ਰਿਪਤਾ ਜੀ ਵੀ ਆ ਗਏ। ਅੱਖਾਂ ਹੰਝੂਆਂ ਨਾਲ ਭਰੀਆਂ ਨੇ, ਹੱਥ ਜੋੜੇ, ਸਰੀਰ ਕੰਬਦਾ। ਰਾਏ ਬੁਲਾਰ ਸਾਹਿਬ ਹੈਰਾਨ ਹੋ ਗਏ, ਬਜ਼ੁਰਗ ਸਰੀਰ, ਕਹਿੰਦੇ ਇਦਾਂ ਕਿਉਂ ਹੋ ਗਿਆ, ਕਿਉਂ ਰੋ ਰਹੇ ਆ? ਰੋਣਾ ਨਹੀਂ ਚਾਹੀਦਾ ਜੀ, ਰੱਬ ਦੇ ਮਾਤਾ ਪਿਤਾ ਨੇ, ਅੱਖਾਂ 'ਚੋਂ ਹੰਝੂ। ਰਾਏ ਬੁਲਾਰ ਸਾਹਿਬ ਜਦੋਂ ਪੁੱਛਣ ਲੱਗੇ ਨਾ, ਫਿਰ ਹੁੱਬ ਹੁੱਬ ਕੇ ਰੋਏ, ਕਿਉਂਕਿ ਦੁੱਖ ਵੰਡਾਉਣ ਵਾਲਾ ਮਿਲਿਆ ਕੋਈ, ਹਾਲ ਪੁੱਛਣ ਵਾਲਾ ਮਿਲਿਆ ਕੋਈ। ਮਾਤਾ ਤ੍ਰਿਪਤਾ ਜੀ ਰੋ ਕੇ ਕਹਿੰਦੇ ਖਾਨ ਸਾਹਿਬ ਕੀ ਦਸੀਏ। ਪਿਤਾ ਸਮਾਨ ਨੇ ਰਾਏ ਬੁਲਾਰ ਸਾਹਿਬ, ਬਜ਼ੁਰਗ ਨੇ, ਹੱਥ ਜੋੜ ਕੇ ਰੋ ਕੇ ਆਖਣ ਲੱਗੇ ਸਾਡਾ ਜਿਉਣਾ ਕਾਹਦਾ ਜਿਉਣਾ ਏ। ਓਏ ਅਧੀਨ ਕਹੇ ਮੁਖ ਸੋ ਬਚ, ਨਾਨਕ ਧਾਮ ਰੱਖੋ ਜਿਵ ਚੀਨੋ। ਰਾਜਾ ਕਹਿੰਦਾ ਗੱਲ ਤੇ ਦੱਸੋ, ਹੱਲ ਤਾਂ ਹੋਣਾ ਹੈ। ਕਹਿੰਦੇ ਬਜ਼ੁਰਗੋ ਸਾਡੇ ਪੁੱਤ ਨੂੰ ਘਰੇ ਰੱਖ ਲਓ, ਪਿੰਡ 'ਚ ਰੱਖ ਲਓ। ਕਹਿੰਦੇ ਕੀ ਹੋਇਆ? ਸੁਣਿਆ ਦੇਸ਼ ਵਿਦੇਸ਼ ਚੱਲੇ ਨੇ, ਜਿੱਥੇ ਦੀ ਬੋਲੀ ਸਮਝ ਨਹੀਂ ਆਉਂਦੀ, ਜਿੱਥੇ ਸਾਡੇ ਵਰਗੇ ਲੋਕ ਨਹੀਂ। ਹੋ ਸਕਦਾ ਹੈ ਉਹਨਾਂ 'ਚ ਹਮਦਰਦੀ ਹੋਵੇ ਨਾ ਹੋਵੇ, ਮਾਨਸਿਕਤਾ ਹੋਵੇ ਮਨੁੱਖਾਂ ਵਾਲੀ ਨਾ ਹੋਵੇ। ਮਾਤਾ ਜੀ ਕਹਿੰਦੇ ਜੇ ਮੇਰਾ ਪੁੱਤ ਚਲਿਆ ਗਿਆ ਰਾਜਨ, ਉਹਨੇ ਮੁੜ ਕੇ ਆਉਣਾ ਨਹੀਂ। ਜੋ ਕਹਿ ਸਵਾਸ ਲਿਓ ਸਭ ਹੀ, ਸੁਣ ਰਾਏ ਤਬੈ ਕਰੁਣਾ ਰਸ ਪੀਨੋ। ਜਦੋਂ ਇੰਨੇ ਬਚਨ ਕਹਿ ਕੇ ਮਾਤਾ ਤ੍ਰਿਪਤਾ ਜੀ ਰੋਏ ਉੱਚੀ ਉੱਚੀ, ਅੱਖਾਂ ਭਰੀਆਂ ਹੰਝੂਆਂ ਨਾਲ। ਪੁੱਤ ਦਾ ਵਿਛੋੜਾ ਨਹੀਂ ਜਰਿਆ ਜਾਂਦਾ। ਰਾਏ ਬੁਲਾਰ ਸਾਹਿਬ ਜੀ ਦਾ ਮਨ ਪਿਘਲ ਗਿਆ ਵੀ ਇੱਦਾਂ ਨਹੀਂ ਹੋਣਾ ਚਾਹੀਦਾ, ਕਿਉਂਕਿ ਮਾਤਾ ਨੂੰ ਪਤਾ ਹੈ ਵੀ ਜੇ ਮੇਰਾ ਪੁੱਤ ਚਲਿਆ ਗਿਆ ਫਕੀਰਾਂ ਨੇ ਮੁੜ ਕੇ ਨਹੀਂ ਆਉਣਾ। ਪਹਿਲਾ ਕਾਰਨ ਪਿਤਾ ਦਾ ਸੁਭਾਅ ਅਥਰਾ ਏ, ਉਹ ਇੱਜ਼ਤ ਨਹੀਂ ਕਰਦੇ, ਬੋਲਣ ਲੱਗੇ ਨਹੀਂ ਵੇਖਦੇ ਕੁਛ, ਕਿੱਥੇ ਕੀ ਬੋਲਦੇ ਨੇ, ਸੁਭਾਅ ਦਾ ਹੀ ਫਰਕ ਹੈ। ਦੂਜਾ ਸਤਿਗੁਰਾਂ ਦਾ ਕੋਈ ਮੋਹ ਮਾਇਆ ਨਹੀਂ ਹੈ, ਸੰਸਾਰ ਨਾਲ ਪਰਿਵਾਰ ਨਾਲ ਕੋਈ ਲਗਾਵ ਹੀ ਨਹੀਂ ਹੈ।
ਮਾਤਾ ਜੀ ਨੂੰ ਪਤਾ ਸੀ ਵੀ ਜੇ ਇਹ ਚਲੇ ਗਏ ਨਾ, ਇਹਨਾਂ ਨੂੰ ਕਿੱਥੋਂ ਅਸੀਂ ਮੋੜ ਕੇ ਲਿਆਵਾਂਗੇ। ਭੁਜੰਗ ਛੰਦ ਤਬੈ ਰਾਏ ਭੇਜਿਓ ਉਮੀਦਾ, ਜੋ ਦਾਸੋ ਤਪਾ ਤਾਤ ਕਾਲੂ ਕੇ ਜਾਵੋ ਸੋ ਪਾਸੋ। ਜਦੋਂ ਰਾਏ ਬੁਲਾਰ ਸਾਹਿਬ ਨੇ ਸੁਣਿਆ, ਕਹਿੰਦੇ ਸਤਿਗੁਰ ਕਿੱਥੇ? ਕਹਿੰਦੇ ਫਿਲਹਾਲ ਤੇ ਘਰ ਨੇ, ਪਰ ਕੋਈ ਪਤਾ ਨਹੀਂ ਅੱਜ ਚਲੇ ਜਾਣ ਸਵੇਰੇ ਚਲੇ ਜਾਣ। ਰਾਏ ਬੁਲਾਰ ਜੀ ਨੇ ਆਪਣਾ ਸੇਵਕ ਬੁਲਾਇਆ, ਕਹਿੰਦੇ ਫਟਾਫਟ ਜਾ ਕਲਿਆਣ ਚੰਦ ਜੀ ਦੇ ਸਪੁੱਤਰ ਨੂੰ ਪਿਆਰ ਨਾਲ ਬੇਨਤੀ ਕਰ, ਹੁਣੀ ਲੈ ਕੇ ਆ, ਕਿਉਂਕਿ ਇਹ ਚੁਸਤੀ ਫੁਰਤੀ ਦਾ ਕੰਮ ਹੈ। ਜੇ ਦੇਰ ਹੋ ਗਈ ਤੇ ਹੋ ਗਈ, ਲੰਘ ਗਿਆ ਵਕਤ, ਲੰਘ ਗਿਆ। ਫਕੀਰਾਂ ਦਾ ਕੀ ਪਤਾ ਆਪਣੀ ਮੌਜ ਕਿੱਧਰ ਲੰਘ ਜਾਣ, ਦੱਸ ਕੇ ਥੋੜਾ ਜਾਣਗੇ, ਮਿਲ ਕੇ ਥੋੜਾ ਜਾਣਗੇ ਉਹ ਕਿਸੇ ਨੂੰ। ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਘਰ ਹੀ ਬੈਠੇ ਸੀ, ਅਜੇ ਸੋਚ ਹੀ ਰਹੇ ਸੀ ਵੀ ਕਦੋਂ ਨਿਕਲਣਾ ਹੈ, ਇੰਨੇ ਨੂੰ ਸੇਵਕ ਦੌੜਿਆ ਦੌੜਿਆ ਘਰੇ ਆਇਆ, ਆ ਕੇ ਆਵਾਜ਼ ਮਾਰੀ, ਨਾਨਕ ਜੀ ਤੁਹਾਨੂੰ ਖਾਨ ਸਾਹਿਬ ਨੇ ਸੱਦਿਆ, ਆਪ ਜੀ ਨੂੰ ਚੇਤੇ ਕਰਦੇ ਨੇ। ਕਰੋ ਬੰਦਗੀ ਜੈ ਆਗੇ ਕਨੇਰੀ, ਦਿਆ ਧਾਰ ਦੀਦਾਰ ਦੀਜੈ ਬਦੇਰੀ। ਪਰ ਰਾਜੇ ਨੇ ਕਿਹਾ ਸੀ ਪਿਆਰ ਵਿੱਚ ਬੇਨਤੀ ਕਰਿਓ, ਅਸੀਂ ਤੁਹਾਡੇ ਅੱਗੇ ਬੰਦਗੀ ਕਰਦੇ ਆਂ, ਅਰਦਾਸ ਕਰਦੇ ਆਂ, ਤੁਹਾਡੇ ਦਰਸ਼ਨ ਚਾਹੀਦੇ ਆ। ਗੁਰੂ ਨਾਨਕ ਸਾਹਿਬ ਅੰਤਰਜਾਮੀ ਜਾਣ ਗਏ ਵੀ ਸਾਥੀ ਤੇ ਬਹੁਤ ਖੁਸ਼ ਨੇ, ਆਪਣੇ ਵਾਲੇ ਖੁਸ਼ ਨਹੀਂ, ਆਖੋ ਸਤਨਾਮ। ਇਹ ਰੋਕੜ ਗਏ। ਪਰ ਅੱਜ ਮਹਾਰਾਜ ਨੇ ਮਨ ਪੱਕਾ ਕਰ ਲਿਆ ਵੀ ਕੁਛ ਵੀ ਹੋ ਜੇ, ਕਿਸੇ ਵੀ ਸ਼ਰਤ ਤੇ, ਕਿਸੇ ਵੀ ਕੀਮਤ ਤੇ ਕੋਈ ਸਮਝੌਤਾ ਕਰਨਾ ਨਹੀਂ। ਉਮੀਦਾ ਗਇਓ ਬੀਗ ਬਾਣੀ ਆਲਾਈ, ਤਪਾ ਜੀ ਤੁਮੇ ਬੰਦਗੀ ਰਹਿ ਗਾਈ। ਤੇ ਹੁਣ ਜਦੋਂ ਬੇਨਤੀ ਸੇਵਕ ਨੇ ਕੀਤੀ, ਤਪਾ ਜੀ ਤੁਹਾਨੂੰ ਜਾਣਾ ਪੈਣਾ। ਸਤਿਗੁਰਾਂ ਨੂੰ ਤਪਾ ਜੀ ਇਸ ਕਰਕੇ ਕਹਿੰਦੇ, ਉਹ ਤਪ ਕਰਦੇ ਨੇ, ਤਪੱਸਿਆ ਕਰਦੇ, ਸਾਰਾ ਦਿਨ ਬੈਠੇ ਰਹਿੰਦੇ ਆ ਰੱਬ ਦੇ ਰੰਗਾਂ ਵਿੱਚ। ਕਹਿੰਦੇ ਤਪਾ ਜੀ ਨਾਲ ਚੱਲੋ। ਗੁਰੂ ਸਾਹਿਬ ਨੇ ਜਦੋਂ ਸੁਣਿਆ ਵੀ ਰਾਏ ਬੁਲਾਰ ਸਾਹਿਬ ਜੀ ਨੇ ਬੁਲਾਇਆ ਹੈ, ਮਹਾਰਾਜ ਉਸੇ ਵੇਲੇ ਉੱਠ ਪਏ। ਦੇਖੋ ਆ ਕਿੱਡੀ ਰਿਸਪੈਕਟ ਹੈ, ਇਹੋ ਜੀ ਇੱਜ਼ਤ ਜ਼ਿੰਦਗੀ 'ਚ ਕਮਾਉਣੀ ਭਾਗਾਂ ਵਾਲਿਆਂ ਦੇ ਹਿੱਸੇ ਆਉਂਦੀ ਹੈ, ਜਿਨ੍ਹਾਂ ਦੇ ਇੱਕ ਸੱਦੇ ਤੋਂ ਰੱਬ ਵੀ ਦੌੜਿਆ ਆਉਂਦਾ। ਆਖੋ ਸਤਨਾਮ। ਸਾਡੀ ਕਿੰਨੀ ਕੁ ਇੱਜ਼ਤ ਆ ਲੋਕਾਂ 'ਚ, ਆਪਾਂ ਸਾਰੀਆਂ ਮੂੰਹ ਤੇ ਹਰੇਕ ਹੀ ਕਰਦਾ, ਤੂੰ ਬੜਾ ਚੰਗਾ ਹੈ, ਤੂੰ ਬੜਾ ਚੰਗਾ ਹੈ, ਤੇ ਪਿੱਠ ਪਿੱਛੋਂ ਵੇਖੋ ਜਿੱਦਣ ਪਰਖਣ ਤੇ ਆ ਗਏ, ਇੱਥੇ ਆਪਣਾ ਕੋਈ ਨਹੀਂ। ਰਿਸ਼ਤਾ ਇੱਕ ਇੱਕ ਪਰਖ ਕੇ ਵੇਖ ਲਓ ਕੌਣ ਹੈ ਤੁਹਾਡਾ। ਪਿੱਠ ਪਿੱਛੇ ਮਾਂ-ਬਾਪ ਵੀ ਬੋਲ ਜਾਂਦੇ ਆ, ਭੈਣ ਭਰਾ ਤੇ ਬੋਲਦੇ ਹੀ ਬੋਲਦੇ ਆ, ਧੀ ਪੁੱਤ ਵੀ ਬੋਲਦੇ ਆ ਬੁਰਾ। ਕਦੇ ਆਪਣੀਆਂ ਕੰਨਾਂ ਨਾਲ ਬੰਦਿਆ ਸੁਣ ਕੇ ਵੇਖੀ, ਜਿੱਦਣ ਪਰਖਣ ਦੀ ਵਾਰੀ ਆਈ ਤੇਰਾ ਆਪਣਾ ਹੀ ਕੋਈ ਨਹੀਂ, ਤੇ ਜੇ ਪਰਖਿਆ ਨਾ ਫਿਰ ਸਾਰੀ ਤੇਰੇ ਆ, ਸਾਰੇ ਆਪਣੇ ਆ। ਗੁਰੂ ਨਾਨਕ ਸਾਹਿਬ ਮਹਾਰਾਜ ਇੰਨੇ ਅਦਬ ਵਿੱਚ ਹੀ ਉੱਠੇ, ਸੀਸ ਨਵਾਇਆ ਉਸ ਪਾਸੇ, ਕਹਿੰਦੇ ਜੀ ਚਲੋ ਫਿਰ। ਇੱਕ ਟੁਕੜਾ ਮੋਢੇ ਤੇ ਰੱਖਿਆ ਬਸਤਰ ਦਾ, ਚਰਨਾਂ 'ਚ ਪਾਈਆਂ ਖੜਾਵਾਂ, ਉਹ ਭਗਵੇ ਕੱਪੜੇ ਉਹਨਾਂ ਪਾਏ ਹੋਏ ਸਾਦਗੀ ਦੇ, 2 ਗਜ ਦਾ ਕੁੜਤਾ ਤੇ 2 ਗਜ ਦਾ ਚਾਦਰਾ ਲਾਇਆ ਹੋਇਆ ਹੈ। ਸਹਿਜ ਸੁਭਾਅ ਉਸ ਦਿਸ਼ਾ ਨੂੰ ਚੱਲੇ ਨੇ। ਕਿੰਗ ਬਾਰ ਕੇ ਦੀਦਾਰੰਗ ਦੀਜੇ, ਜਿਤੰਗ ਫਿਰ ਜਾਨੋ ਪਿਆਨੋ ਕਰੀਜੇ। ਤੇ ਹੁਣ ਜਦੋਂ ਸਤਿਗੁਰਾਂ ਨੇ ਉਸ ਸੇਵਕ ਨੂੰ ਪੁੱਛਿਆ ਵੀ ਆਖਰਕਾਰ ਕੀ ਗੱਲ ਹੋ ਗਈ, ਮਾਤਾ ਪਿਤਾ ਵੀ ਕਿਤੇ ਨਜ਼ਰ ਨਹੀਂ ਸੀ ਆਉਂਦੇ। ਸੇਵਕ ਨੇ ਇੰਨੀ ਉਹ ਗੱਲ ਆਖੀ, ਕਹਿੰਦੇ ਜੀ ਜਾਂਦੇ ਜਾਂਦੇ ਇੱਕ ਵਾਰ ਦਰਸ਼ਨ ਦੇ ਦਿਓ, ਫੇਰ ਆਪ ਜੀ ਜਿੱਥੇ ਮਰਜ਼ੀ ਜਾਇਓ। ਮਤਲਬ ਵੀ ਸਾਡੇ ਜਾਣ ਦੀ ਖਬਰ ਪਿੰਡ ਵਿੱਚ ਵੀ ਫੈਲ ਗਈ ਤੇ ਰਾਏ ਬੁਲਾਰ ਸਾਹਿਬ ਕੋਲ ਵੀ ਚਲੇ ਗਈ। ਮਰਦ ਨੇ ਵੇਖਿਆ ਮਾਤਾ ਪਿਤਾ ਤੇ ਹੈ ਹੀ ਨਹੀਂ, ਨਾ ਚਾਚਾ ਜੀ ਘਰ ਨੇ, ਉਹ ਸਾਰੇ ਰਾਜੇ ਦੇ ਦਰਬਾਰ ਵਿੱਚ ਹਨ। ਸਵਈਆ ਜੋ ਸੁਣ ਕੇ ਤਬ ਨਾਨਕ ਜੀ, ਤਜ ਆਸਨ ਕੋ ਤੇ ਸੰਗ ਪਧਾਰੇ। ਗੁਰੂ ਨਾਨਕ ਸਾਹਿਬ ਮਹਾਰਾਜ ਆਪਣਾ ਆਸਣ ਛੱਡ ਕੇ ਉਸ ਸੇਵਕ ਦੇ ਨਾਲ ਚੱਲਦੇ ਚੱਲਦੇ ਕਦਮ ਦਰ ਕਦਮ ਰਾਏ ਬੁਲਾਰ ਸਾਹਿਬ ਦੀ ਸਭਾ 'ਚ ਆ ਗਏ। ਸਭਾ ਲੱਗੀ ਹੋਈ ਸੀ, ਮਾਤਾ ਪਿਤਾ ਵਿਰਾਗੀ ਨੇ ਰੋ ਰਹੇ। ਮਹਾਰਾਜ ਨੇ ਵੇਖਿਆ ਵੀ ਮਾਤਾ ਜੀ ਬੈਠੇ ਆ, ਬਾਪੂ ਜੀ ਬੈਠੇ ਆ। ਗੁਰੂ ਸਾਹਿਬ ਨੇ ਆਪਾ ਸੰਕੋਚ ਲਿਆ ਵੀ ਲੱਖ ਮਾੜਾ ਕਈ ਜਣ ਬੋਲਣਾ ਹੀ ਨਹੀਂ, ਆਪਾਂ ਕੁਛ ਨਹੀਂ ਬੋਲਣਾ। ਜਦੋਂ ਸਤਿਗੁਰਾਂ ਨੂੰ ਦੂਰੋਂ ਆਉਂਦੇ ਵੇਖਿਆ, ਰਾਏ ਸਾਹਿਬ ਆਪਣੇ ਸਿੰਘਾਸਣ ਤੋਂ ਉੱਠਣਾ ਚਾਹੁੰਦੇ ਆ, ਬਜ਼ੁਰਗ ਨੇ ਉੱਠਿਆ ਨਹੀਂ ਜਾਂਦਾ। ਮਰਦ ਨੇ ਦੂਰੋਂ ਇਸ਼ਾਰਾ ਕੀਤਾ, ਰਾਜਨ ਬੈਠੇ ਰਹੋ, ਅਸੀਂ ਆਪ ਹੀ ਚੱਲ ਕੇ ਆਉਨੇ ਆ। ਰਾਏ ਹਿਰਦੈ ਸੁਖ ਸੋ ਬਿਗਸਾ, ਨਿਜ ਪ੍ਰੀਤਮ ਕੋ ਜਬ ਰੂਪ ਨਿਹਾਰੇ। ਜਿਉਂ-ਜਿਉਂ ਪਾਤਸ਼ਾਹ ਨੇੜੇ ਆਏ, ਰਾਏ ਬੁਲਾਰ ਸਾਹਿਬ ਖੁਸ਼ੀਆਂ ਦੇ ਹੰਝੂ ਜਦੋਂ ਆਪਣੇ ਪ੍ਰੀਤਮ ਨੂੰ ਅੱਖਾਂ ਦੇ ਸਾਹਮਣੇ ਵੇਖਿਆ ਨਾ, ਖੁਸ਼ੀ ਦਾ ਠਿਕਾਣਾ ਹੀ ਕੋਈ ਨਹੀਂ।
ਸੁਧ ਬੁੱਧ ਭੁੱਲ ਗਈ ਦੁਨੀਆ ਦੀ, ਧਰਤੀ ਤੇ ਚਰਨ ਨਹੀਂ ਲੱਗਦੇ। ਉਠਤ ਭਾ ਮਚ ਉਪਰ ਤੇ, ਢਿੱਗ ਸਿਰ ਗੁਰ ਜਾਏ ਕਹਿ ਕੀਨ ਨਿਵਾਰੇ। ਹੁਣ ਜਿਸ ਵੇਲੇ ਰਾਏ ਬੁਲਾਰ ਸਾਹਿਬ ਉੱਠ ਕੇ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਣਾ ਚਾਹੁੰਦੇ ਆ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਗੁਲਵੱਕੜੀ ਪਾ ਕੇ ਪਿਆਰ ਨਾਲ ਬਿਠਾਇਆ, ਇੱਕ ਹੱਥ ਚਰਨੀ ਲਾ ਕੇ ਮਸਤਕ ਨੂੰ ਲਾ ਲਿਆ। ਰਾਏ ਬੁਲਾਰ ਸਾਹਿਬ ਕਹਿੰਦੇ ਮਹਾਰਾਜ ਠੀਕ ਨਹੀਂ ਹੈ, ਤੁਸੀਂ ਇਹ ਕੀ ਕਰ ਰਹੇ ਹੋ? ਸਤਿਗੁਰ ਕਹਿੰਦੇ ਬਜ਼ੁਰਗੋ ਆਸ਼ੀਰਵਾਦ ਦਿਓ, ਵੱਡੇ ਹੋ ਤੁਸੀਂ। ਨਾਲ ਬਿਠਾਇਆ ਸਿੰਘਾਸਣ ਤੇ, ਗੁਰੂ ਸਾਹਿਬ ਇੱਕ ਪਾਸੇ ਬੈਠੇ, ਪੈਂਦਾ ਵਾਲੇ ਪਾਸੇ ਰਾਏ ਬੁਲਾਰ ਸਾਹਿਬ ਬਜ਼ੁਰਗ ਨੇ। ਬੜੇ ਪਿਆਰ 'ਚ ਬਿਠਾ ਕੇ ਸਤਿਗੁਰ ਪੁੱਛਦੇ, ਕਹਿੰਦੇ ਮਹਾਂਪੁਰਖੋ ਕਿਵੇਂ ਚੇਤੇ ਕੀਤਾ? ਬਸ ਇੰਨਾ ਹੀ ਬਚਨ ਆਖਿਆ ਏ, ਬੰਧਨ ਕੀਨ ਅਧੀਨ ਪਇਓ, ਮੁਖ ਭਾਖ ਬਿਨੈ ਨਿਜ ਊਚ ਬਿਨਾਰੇ। ਦੋਨੇ ਹੱਥ ਜੋੜ ਸੀਸ ਨਵਾ ਕੇ ਰਾਏ ਬੁਲਾਰ ਸਾਹਿਬ ਕਹਿੰਦੇ ਮਹਾਰਾਜ ਮੇਰੀ ਬਾਰੰਬਾਰ ਆਪ ਜੀ ਦੇ ਚਰਨਾਂ ਵਿੱਚ ਬੰਦਨਾ ਹੈ, ਅਸੀਂ ਆਪ ਜੀ ਨੂੰ ਕੀ ਕਹਿ ਸਕਦੇ ਹਾਂ? ਅਸੀਂ ਤੁੱਛ ਬੁੱਧੀ ਦੇ ਮਾਲਕ ਆ, ਇੰਨੇ ਜੋਗੇ ਨਹੀਂ ਆ ਰੱਬਾ ਤੈਨੂੰ ਕੋਈ ਸਵਾਲ ਕਰੀਏ। ਸਾਤ ਰੁਮਾਤ ਤਮਾਰ ਬ੍ਰਹਤਰ, ਸਾਗਰ ਮੋਹ ਮੈਂ ਵੈ ਮਗਨਾਈ। ਬੜੇ ਪਿਆਰ ਚ ਆਖਣ ਲੱਗੇ, ਆਓ ਵੇਖੋ ਤੁਹਾਡੇ ਮਾਤਾ ਜੀ ਬੈਠੇ ਨੇ, ਆਪ ਜੀ ਦੇ ਪਿਤਾ ਜੀ ਬੈਠੇ ਨੇ, ਚਾਚਾ ਜੀ ਬੈਠੇ ਨੇ, ਸਤਿਗੁਰੂ ਇਹ ਆਪ ਜੀ ਦੇ ਮੋਹ ਵਿੱਚ ਦੁਖੀ ਨੇ। ਦੇਖੋ ਕਿੱਡਾ ਸੋਹਣਾ ਸ਼ਬਦ ਵਰਤਿਆ, ਅੱਗੇ ਨਹੀਂ ਕਦੇ ਵਰਤਿਆ। ਕਿਉਂ ਵਰਤਦੇ ਨੇ? ਕਿਉਂਕਿ ਮਹਾਰਾਜ ਨੇ ਗਿਆਨ ਦੀ ਸੋਝੀ ਦਿੱਤੀ ਹੋਈ ਹੈ। ਹੁਣ ਇਹ ਪਤਾ ਲੱਗਦਾ ਵੀ ਕੌਣ ਮੋਹ ਕਰਦਾ। ਜਿੱਦਣ ਤੁਹਾਡੇ ਤੇ ਸਤਿਗੁਰਾਂ ਦੀ ਕਿਰਪਾ ਹੋਗੀ, ਤੁਹਾਨੂੰ ਪਤਾ ਲੱਗਣ ਲੱਗ ਜਾਣਾ ਵੀ ਆਹ ਬੰਦਾ ਟੱਬਰ ਦੇ ਮੋਹ 'ਚ ਹੀ ਫਸਿਆ ਹੋਇਆ, ਇਹ ਕੁਛ ਨਹੀਂ ਕਰ ਸਕਦਾ, ਇਹ ਬੰਦਾ ਕ੍ਰੋਧੀ ਹੈ, ਇਹ ਲੋਭੀ ਹੈ, ਇਹ ਈਰਖਾਲੂ ਹੈ। ਪਰ ਜਿਹੜਾ ਹੁੰਦਾ ਉਹਨੂੰ ਨਹੀਂ ਪਤਾ ਲੱਗਦਾ। ਰਾਏ ਬੁਲਾਰ ਸਾਹਿਬ ਕਹਿੰਦੇ ਮਹਾਰਾਜ ਆ ਦੇਖੋ ਤੁਹਾਡਾ ਪਰਿਵਾਰ ਮੋਹ ਦਾ ਸਤਾਇਆ, ਮੋਹ ਵਿੱਚ ਦੁਖੀ ਹੋ ਕੇ ਤੁਹਾਡੇ ਤੋਂ ਟੁੱਟ ਕੇ ਰੋਂਦਾ ਏ। ਹੀਨ ਅਲੰਬ ਤਰੇ ਤੇ ਕਿਉਂ ਕਰ, ਜਾਣਤ ਹੋ ਸੋ ਪੀਰ ਪਰਾਈ। ਗੁਰੂ ਸਾਹਿਬ ਅਣਜਾਣ ਜਿਹੇ ਬਣ ਕੇ ਪੁੱਛਦੇ, ਕਹਿੰਦੇ ਰਾਜਨ ਇਹ ਰੋਂਦੇ ਕਿਉਂ ਨੇ? ਕਹਿੰਦੇ ਪਾਤਸ਼ਾਹ ਤੁਸੀਂ ਦਿਲਾਂ ਦੀਆਂ ਜਾਣਦੇ ਹੋ, ਪਰਾਈਆਂ ਪੀੜਾਂ ਜਾਣ ਲੈਂਦੇ ਹੋ। ਇਹ ਵਿਛੋੜਾ ਨਹੀਂ ਆਪ ਜੀ ਦਾ ਝੱਲ ਸਕਦੇ, ਤੁਸੀਂ ਇਹਨਾਂ ਨੂੰ ਛੱਡ ਕੇ ਚੱਲੇ, ਇਹਨਾਂ ਤੋਂ ਬਰਦਾਸ਼ਤ ਨਹੀਂ ਹੋਣਾ। ਗੁਰੂ ਨਾਨਕ ਸਾਹਿਬ ਮਹਾਰਾਜ ਵੱਡਿਆਂ ਦਾ ਅਦਬ ਕਰਦੇ ਆ, ਇਸ ਕਰਕੇ ਬੜੇ ਪਿਆਰ ਨਾਲ ਪੁੱਛਦੇ ਰੋ ਕਿਉਂ ਰਹੇ ਨੇ, ਇਹ ਦੁਖੀ ਕਿਉਂ ਨੇ? ਕਹਿ ਤਿਨ ਗਿਆਨ ਕੇ ਪੋਤ ਚੜਾਵੋ, ਮੋਹ ਕਲੋਲ ਤੇ ਪਾਰ ਲੰਘਾਈ। ਫਿਰ ਰਾਏ ਬੁਲਾਰ ਸਾਹਿਬ ਦੋਨੇ ਹੱਥ ਜੋੜ ਕੇ ਸਾਹਮਣੇ ਖੜੇ ਹੋ ਗਏ, ਬੇਸ਼ੱਕ ਬਜ਼ੁਰਗ ਨੇ। ਕਹਿੰਦੇ ਪਾਤਸ਼ਾਹ ਇੱਕ ਪਾਸਾ ਕਰ ਦਿਓ, ਜਾ ਤੇ ਇਹਨਾਂ ਨੂੰ ਮੋਹ ਚੋਂ ਕੱਢ ਲਓ, ਗਿਆਨ ਦੇ ਜਹਾਜ਼ ਤੇ ਚੜਾ ਦਿਓ, ਜਾਂ ਫਿਰ ਮੋਹ ਦੀਆਂ ਛੱਲਾਂ ਵਿੱਚ ਹੀ ਰੱਖ ਲਓ, ਇੱਕ ਕਿਨਾਰਾ ਕਰ ਦਿਓ। ਇਹ ਕਿਹਨੇ ਕਿਹਾ? ਰਾਏ ਬੁਲਾਰ ਸਾਹਿਬ ਨੇ। ਰੱਬ ਦੇ ਜੁੜੇ ਹੋਏ ਪਿਆਰਿਆਂ ਦੀ ਰੱਬ ਕਦੇ ਮੋੜਦਾ ਹੀ ਨਹੀਂ। ਆਖੋ ਸਤਨਾਮ। ਵੀ ਉਹਦੇ ਭਗਤਾਂ ਦੀ ਕਦੇ ਉਹਨੇ ਮੋੜੀ ਹੈ? ਜੁੜਿਆ ਹੋਇਆ ਗੁਰੂ ਕਾ ਸਿੱਖ ਅਰਦਾਸ ਵੀ ਨਾ ਕਰੇ, ਰਸਨਾ ਤੋਂ ਇੱਕ ਬਚਨ ਕਹਦੇ ਜਾ ਗੁਰੂ ਨਾਨਕ ਕਿਰਪਾ ਕਰਨਗੇ। ਕਿ ਉਹ ਸਿੱਖ ਨੂੰ ਲੋੜ ਹੈ 8 ਘੰਟੇ ਖੜੇ ਹੋ ਕੇ ਅਰਦਾਸ ਕਰਨ ਦੀ? ਨਾ, ਹੋਈ ਉਹਦੇ ਬਚਨਾਂ ਤੇ ਗੁਰੂ ਨਾਨਕ ਦਾ ਵਾਸਾ ਹੈ। ਰਾਏ ਬੁਲਾਰ ਸਾਹਿਬ ਕਹਿੰਦੇ ਮਹਾਰਾਜ ਜਾ ਤੇ ਇਹਨਾਂ ਨੂੰ ਗਿਆਨ ਦੇ ਜਹਾਜ਼ ਤੇ ਚੜਾ ਦਿਓ, ਜਾਂ ਫਿਰ ਮੋਹ ਦੀਆਂ ਤੰਦਾਂ ਤੋਂ ਇੱਕ ਕਿਨਾਰੇ ਲਾ ਦਿਓ, ਇੱਕ ਪਾਸਾ ਤੇ ਕਰ ਦਿਓ ਨਾ। ਤੁਸੀਂ ਗਿਆਨਵਾਨ ਹੋ, ਤੁਹਾਨੂੰ ਫਰਕ ਨਹੀਂ ਪੈਂਦਾ, ਇਹ ਮੋਹ 'ਚ ਸਤਾਏ ਹੋਏ ਆ, ਤੁਹਾਡੀ ਮਾਇਆ ਵਰਤਾਈ ਹੋਈ ਹੈ। ਨਾਤਰ ਹੋ ਕਰ ਤੀਰ ਮਿਲੋ ਤੁਮ, ਧੀਰ ਸਰੀਰ ਧਰੈ ਸੁਖ ਪਾਈ। ਜੇ ਆਪ ਜੀ ਨੇ ਇਹਨਾਂ ਦਾ ਮੋਹ ਨਹੀਂ ਕੱਟਣਾ ਨਾ, ਫਿਰ ਬੇਨਤੀ ਆ ਕਿਰਪਾ ਕਰਕੇ ਇਹਨਾਂ ਦੇ ਕੋਲ ਰਹੋ, ਕਿਉਂ ਛੱਡ ਕੇ ਚੱਲੇ ਹੋ? ਇਹ ਦੁਖੀ ਹੋ ਰਹੇ ਨੇ, ਝੁਰ ਝੁਰ ਕੇ ਤੜਫ ਤੜਫ ਕੇ ਮਰ ਜਾਣਗੇ, ਕਿਉਂਕਿ ਮੋਹ ਕਹਿੰਦਾ ਹਾਏ ਮੇਰਾ, ਹਾਏ ਮੇਰਾ। ਤੇ ਪ੍ਰੇਮ ਕੀ ਕਹਿੰਦਾ ਹੈ? ਰੱਬਾ ਸਭ ਕੁਛ ਤੇਰਾ, ਸਭ ਕੁਛ ਤੇਰਾ। ਜ਼ਮੀਨ ਅਸਮਾਨ ਦਾ ਫਰਕ ਹੈ। ਮੋਹ ਵਾਲਾ ਬੰਦਾ ਕਹਿੰਦਾ ਮੇਰੇ ਬਿਨਾਂ ਮੇਰਾ ਪਰਿਵਾਰ ਨਹੀਂ ਬਚਦਾ, ਤੇ ਪ੍ਰੇਮ ਵਾਲਾ ਕਹਿੰਦਾ ਭਾਈ ਜੇ ਉਹ ਕੂੰਜਾਂ ਦੇ ਬੱਚਿਆਂ ਨੂੰ ਪਾਲ ਸਕਦਾ ਹੈ ਤੇ ਰੋਜੀ ਸਾਡਿਆਂ ਨੂੰ ਵੀ ਆਪ ਹੀ ਦਊਗਾ। ਸਾਡਾ ਕਰਮ ਹੈ ਕਰਮ ਕਰਨਾ। ਅਸੀਂ ਕਿਸੇ ਦੇ ਮੂੰਹ 'ਚ ਰੋਜੀ ਨਹੀਂ ਪਾ ਸਕਦੇ, ਕਿਸੇ ਨੂੰ ਕੁਝ ਦੇ ਨਹੀਂ ਸਕਦੇ। ਸਭ ਦਾਣਾ ਪਾਣੀ ਕਰਤਾਰ ਦਾ ਖਿਲਾਰਿਆ ਹੋਇਆ ਹੈ। ਕਈ ਵਾਰ ਦੁਸ਼ਮਣ ਦੇ ਘਰ ਜਾ ਕੇ ਵੀ ਚੁਗਣਾ ਪੈ ਜਾਂਦਾ ਹੈ, ਵੈਰੀ ਦੇ ਕੋਲ ਜਾ ਕੇ ਵੀ ਖਾਣਾ ਪੈ ਜਾਂਦਾ ਹੈ। ਕੌਣ ਖਾਂਦਾ ਹੈ? ਉਹਨੇ ਖਿਲਾਰਿਆ ਹੈ, ਉਹਨੇ ਵਖੇਰਿਆ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਨਮੁਖ ਜਦੋਂ ਅਰਦਾਸ ਕੀਤੀ ਨਾ ਹੱਥ ਜੋੜ, ਕਹਿੰਦੇ ਸੱਚੇ ਪਾਤਸ਼ਾਹ ਮੈਂ ਵੀ ਦੁਖੀ ਹੋ ਜਾਣਾ ਕਈ ਵਾਰ, ਜਦੋਂ ਇਹ ਮੋਹ 'ਚ ਭਿੱਜੇ ਮੇਰੇ ਕੋਲ ਆ ਕੇ ਪੁਕਾਰ ਕਰਦੇ, ਫਿਰ ਮੈਨੂੰ ਸਮਝ ਨਹੀਂ ਆਉਂਦੀ ਮੈਂ ਕਰਾਂ ਕੀ। ਤੁਹਾਡੇ ਤੋਂ ਵੀ ਵਿਛੜ ਨਹੀਂ ਸਕਦਾ,
ਇਹਨਾਂ ਦਾ ਵੀ ਬਚਨ ਮੈਥੋਂ ਮੋੜਿਆ ਜਾਂਦਾ ਨਹੀਂ। ਰਾਏ ਜੀ ਕਾਰਜ ਜਾਨ ਕੋ ਜਾਨੋ, ਗਿਆਨ ਬਖਾਨ ਧਿਆਨ ਨ ਜੋਈ। ਗੁਰੂ ਸਾਹਿਬ ਆਖਣ ਲੱਗੇ ਰਾਏ ਬੁਲਾਰ ਸਾਹਿਬ ਤੁਸੀਂ ਭਲੀ ਪ੍ਰਕਾਰ ਜਾਣਦੇ ਹੋ ਸਾਡਾ ਅਵਤਾਰ ਕਿਉਂ ਹੋਇਆ, ਅਸੀਂ ਕਿੱਥੇ ਜਾ ਰਹੇ ਹਾਂ, ਕਿਉਂ ਜਾ ਰਹੇ ਹਾਂ। ਤੁਸੀਂ ਤੇ ਗਿਆਨਵਾਨ ਹੋ, ਤੁਸੀਂ ਸਭ ਕੁਝ ਜਾਣਦੇ ਹੋ, ਤੁਸੀਂ ਦੱਸ ਦਿਓ। ਕਹਿੰਦੇ ਮਹਾਰਾਜ ਜੇ ਮੇਰੇ ਦੱਸਿਆ ਸਮਝ ਆਉਂਦੀ ਫਿਰ ਰੱਬਾ ਤੈਨੂੰ ਦੁਨੀਆ ਪੂਜਦੀ ਕਿਉਂ। ਆਖੋ ਸਤਨਾਮ। ਜੇ ਕਿਸੇ ਬੰਦੇ ਦੇ ਹੱਥ ਸਭ ਕੁਝ ਹੁੰਦਾ ਤੇ ਰੱਬ ਨੂੰ ਮੰਨਣ ਦੀ ਕੀ ਲੋੜ ਸੀ। ਇਹੀ ਤੇ ਭੇਦ ਰੱਖਿਆ ਮਹਾਰਾਜ ਨੇ। ਕਹਿੰਦੇ ਪਰਮਾਤਮਾ ਤੋਂ ਬਿਨਾਂ ਤੈਨੂੰ ਮੁਕਤੀ ਨਹੀਂ ਮਿਲਣੀ। ਉਹਦੇ ਪਿਆਰੇ ਤੈਨੂੰ ਨਾਮ ਜਪਾ ਸਕਦੇ ਆ, ਬੰਦਗੀ ਨਾਲ ਜੋੜ ਸਕਦੇ ਆ, ਤਾਰਨਾ ਤੈਨੂੰ ਸਤਿਗੁਰ ਨਹੀਂ ਹੈ। ਤਾਰੂਗਾ ਹੀ ਉਹ, ਮੁਕਤ ਉਸੇ ਨੇ ਕਰਨਾ ਹੈ, ਅਥਾਰਟੀ ਉਸੇ ਕੋਲ ਹੀ ਹੈ। ਗੁਰੂ ਸਾਹਿਬ ਕਹਿੰਦੇ ਰਾਏ ਬੁਲਾਰ ਜੀ ਤੁਸੀਂ ਸਮਝਾ ਦਿਓ। ਉਹ ਕਹਿੰਦੇ ਪਾਤਸ਼ਾਹ ਇੰਨੇ ਜੋਗੇ ਅਸੀਂ ਕਿੱਥੇ ਆ। ਮਾਤਾ ਪਿਤਾ ਨੇ ਤੁਹਾਡੇ ਕੋਈ ਹਾਸਾ ਖੇਡ ਥੋੜਾ ਹੈ, ਕੋਈ ਸੰਸਾਰੀ ਲੋਕ ਥੋੜੀ ਨੇ। ਉਹ ਅਲੱਗ ਗੱਲ ਹੈ, ਤੁਸੀਂ ਮੋਹ ਦਾ ਪਰਦਾ ਪਾ ਕੇ ਉਲਝਾ ਕੇ ਰੱਖਿਆ ਹੋਇਆ। ਇਹ ਚਾਹ ਕੇ ਵੀ ਆਪ ਜੀ ਨੂੰ ਸਮਝ ਸਕਦੇ ਨਹੀਂ। ਪਾਏ ਸਮਾ ਹੋਏ ਜਾਵੇ ਪ੍ਰਾਪਤ, ਪਾਰ ਪਰੈ ਭਵ ਬੰਧਨ ਖੋਈ। ਮਹਾਰਾਜ ਮੁਸਕਰਾ ਪਏ ਜੀ ਉੱਥੇ ਰਾਜੇ ਦੇ ਸਾਹਮਣੇ। ਕਹਿੰਦੇ ਪਾਤਸ਼ਾਹ ਤੁਸੀਂ ਕਿਉਂ ਮੁਸਕਰਾਏ। ਗੁਰੂ ਸਾਹਿਬ ਕਹਿੰਦੇ ਇੱਕ ਵਕਤ ਆਏਗਾ ਇਹਨਾਂ ਨੂੰ ਵੀ ਗਿਆਨ ਹੋ ਜਾਊਗਾ। ਆਖੋ ਸਤਨਾਮ। ਹੋਏਗਾ ਗਿਆਨ ਮਾਤਾ ਜੀ ਨੂੰ ਤੇ ਪਿਤਾ ਜੀ ਨੂੰ। ਗਿਆਨ ਤੇ ਅੱਜ ਵੀ ਹੈ, ਇੱਕ ਪਰਦਾ ਹੀ ਪਾਇਆ ਹੋਇਆ ਹੈ ਖੇਡ ਵਰਤਾਉਣ ਵਾਸਤੇ। ਜਦੋਂ ਇਹ ਬਚਨ ਸਤਿਗੁਰਾਂ ਨੇ ਕਿਹਾ ਰਾਏ ਬੁਲਾਰ ਸਾਹਿਬ ਕਹਿੰਦੇ ਮਹਾਰਾਜ ਵੇਲਾ ਕਦੋਂ ਆਊਗਾ। ਦੁਖੀ ਤੇ ਅੱਜ ਨੇ, ਮਾਂ ਵਿਚਾਰੀ ਤੇ ਅੱਜ ਰੋ ਰਹੀ ਹੈ ਮੇਰਾ ਪੁੱਤ ਜਾਵੇ ਨਾ, ਮੇਰੀਆਂ ਆਂਦਰਾਂ ਨੇ, ਮੈਂ ਇਹਦੇ ਬਿਨਾਂ ਜੀ ਨਹੀਂ ਸਕਦੀ। ਪਰ ਗੁਰੂ ਸਾਹਿਬ ਕਹਿੰਦੇ ਇੱਕ ਵਕਤ ਆਏਗਾ ਗਿਆਨ ਹੋ ਜਾਏਗਾ, ਇਹ ਵੀ ਰੋਣਾ ਛੱਡ ਦੇਣਗੇ। ਲੋਕਾਂ ਸੋ ਮੇਲ ਬਣਿਓ ਜਗ ਮਹੀਂ, ਸੰਜੋਗ ਬੇਜੋਗ ਸਮੇਂ ਸਿਰ ਹੋਈ। ਤੇ ਗੁਰੂ ਸਾਹਿਬ ਨੇ ਸਪਸ਼ਟ ਕਿਹਾ ਜੀ ਇਹ ਸੰਸਾਰ ਆ ਜਿਹੜਾ ਨਾ ਸੰਜੋਗਾ ਮੇਲ, ਸੰਜੋਗੀ ਮੇਲਾ ਰਾਮ। ਕਹਿੰਦੇ ਇੱਥੇ ਤੇ ਸੰਜੋਗਾਂ ਨਾਲ ਹੀ ਮਿਲਿਆ ਜਾਂਦਾ ਹੈ, ਸੰਜੋਗਾਂ ਕਰਕੇ ਵਿਛੜਦੇ ਆ। ਇੱਥੇ ਕੋਈ ਕਿਸੇ ਦਾ ਨਹੀਂ, ਸੰਜੋਗ ਮਿਲਾਉਂਦੇ ਆ, ਵਿਜੋਗ ਵਿਛੋੜਦੇ ਆ। ਬਾਣੀ ਲਿਖਦੀ ਹੈ ਨਾ ਸੰਜੋਗ ਵਿਜੋਗ ਦੋਏ ਕਾਰ ਚਲਾਵੈ ਲਿਖੈ ਆਵੈ ਭਾਗ। ਕਹਿੰਦੇ ਸੰਜੋਗ ਤੇ ਵਿਜੋਗ ਦੋਨੇ ਆਪਣੀ ਕਾਰ ਕਰਦੇ ਆ, ਆਪਣੀ ਕਿਰਤ ਕਰਦੇ ਆ। ਜਦੋਂ ਵਿਜੋਗ ਜਿੱਤ ਜਾਂਦਾ ਵਿਛੋੜ ਕੇ ਰੱਖ ਦਿੰਦਾ, ਸੰਜੋਗ ਜਿੱਤ ਜਾਂਦਾ ਟੁੱਟਿਆਂ ਨੂੰ ਮਿਲਾ ਜਾਂਦਾ। ਇਹ ਤੇ ਤੇਰੇ ਕਰਮ ਨੇ ਨਾ। ਗੁਰੂ ਸਾਹਿਬ ਕਹਿੰਦੇ ਕੁਛ ਨਹੀਂ ਹੋਣਾ। ਸੰਜੋਗ ਕਰਕੇ ਲੋਕੀ ਮਿਲਦੇ ਆ, ਵਿਜੋਗ ਕਰਕੇ ਵਿਛੜਦੇ ਆ। ਉਹ ਭਾਵੇਂ ਸਾਡੇ ਮਾਤਾ ਪਿਤਾ ਵੀ ਕਿਉਂ ਨਾ ਹੋਣ, ਕਿਉਂਕਿ ਆ ਜਿੰਨੇ ਮਾਂ ਬਾਪ ਭੈਣ ਭਰਾ ਨੇ ਸਾਡੇ ਕੌਣ ਨੇ, ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤ ਹੈ ਕੋ ਨਾ ਸਹਾਈ। ਬਾਣੀ ਵਿੱਚ ਸਤਿਗੁਰ ਕਹਿੰਦੇ ਪੂਰਵਲੇ ਜਨਮਾਂ ਦੇ ਸੰਜੋਗ ਕਰਕੇ ਮਿਲੇ, ਤੈਨੂੰ ਦੁਬਾਰਾ ਥੋੜੀ ਮਿਲਣਗੇ। ਕਿਸੇ ਦਾ ਪਿਓ ਦੁਨੀਆ ਤੋਂ ਚਲਿਆ ਜਾਂਦਾ ਹੈ, ਉਹ ਲੱਖ ਜਨਮ ਲੈ ਲੇ, ਕਦੇ ਪਿਓ ਨੂੰ ਨਹੀਂ ਮਿਲ ਸਕਦਾ ਦੁਬਾਰਾ। ਧੀ ਪੁੱਤ ਚਲਿਆ ਜਾਵੇ ਲੱਖਾਂ ਵਾਰ ਬੰਦਾ ਭਾਵੇਂ ਆਪ ਆ ਜੇ ਨਹੀਂ ਮਿਲ ਸਕਦਾ, ਕਿਉਂਕਿ ਵਿਛੋੜਾ ਹੋ ਗਿਆ, ਸੰਜੋਗ ਹੈ ਹੀ ਕੋਈ ਨਹੀਂ। ਮਾਫ ਕਰਿਓ, ਇੱਥੇ ਤੇ ਭਾਰਤ ਐਡਾ ਮਹਾਨ ਦੇਸ਼ ਹੈ, ਰੁਪਈਏ 5100 ਦਿਓ, ਪੰਡਤ ਘੜੀ 'ਚ ਸੰਜੋਗ ਜੋੜ ਦਿੰਦਾ। ਆਖੋ ਸਤਨਾਮ। ਇਹ ਤੇ ਪੂਰਬ ਨੂੰ ਪੱਛਮ ਨਾਲ, ਪੱਛਮ ਨੂੰ ਦੱਖਣ ਨਾਲ, ਚੰਦ ਨੂੰ ਮੰਗਲ ਨਾਲ ਜੋੜ ਦਿੰਦੇ ਆ। ਕਿੱਡੀ ਐਡਵਾਂਸ ਦੁਨੀਆ। ਮਤਲਬ ਜੇ ਬੰਦਾ ਬੰਦੇ ਦੇ ਸੰਜੋਗ ਜੋੜਦਾ ਫਿਰ ਰੱਬ ਤੋਂ ਕੀ ਲੈਣਾ ਹੈ, ਰੱਬ ਤੋਂ ਕੀ ਲੈਣਾ ਫਿਰ। ਬਾਣੀ ਕਹਿੰਦੇ ਨਹੀਂ ਭਾਈ, ਸੰਜੋਗ ਵਿਜੋਗ ਦੋਏ ਕਾਰ ਚਲਾਵੇ ਲਿਖਿਆ ਆਵੇ ਭਾਗ। ਜੇ ਤੇਰੇ ਕਰਮਾਂ ਵਿੱਚ ਵਿਛੜਨਾ ਲਿਖਿਆ ਹੈ, ਤੇਰਾ ਸੰਜੋਗ ਕੌਣ ਮਿਲਾਊਗਾ। ਰਾਮ ਚੰਦਰ ਜੀ ਵੇਲੇ ਪੰਡਤ ਨਹੀਂ ਸੀ ਦੁਨੀਆ ਤੇ, 14 ਸਾਲਾਂ ਦਾ ਬਨਵਾਸ ਕੱਟਿਆ, ਵਿਛੜ ਕੇ ਸੀਹਾ ਪੁਕਾਰਦੇ ਰਹੇ, ਜੰਗਲਾਂ ਵਿੱਚ ਵੀ ਫਿਰਦੇ ਰਹੇ। ਭਾਈ ਉਦੋਂ ਕਿੱਥੇ ਸੀ ਇਹ ਲੋਕ ਵਿਜੋਗ ਕਰਨ ਵਾਲੇ, ਸੰਜੋਗ ਕਰਨ ਵਾਲੇ ਹੈ ਸੀ ਉਦੋਂ ਵੀ, ਸਗੋਂ ਕਮਾਈ ਵਾਲੇ ਸੀ। ਕਿਉਂ ਨਹੀਂ ਮਿਲਾ ਸਕੇ। ਜੇ ਕਰਮਾਂ ਵਿੱਚ ਮਿਲਣਾ ਲਿਖਿਆ ਕੋਈ ਤੋੜ ਨਹੀਂ ਸਕਦਾ, ਜੇ ਕਰਮਾਂ 'ਚ ਵਿਛੋੜਾ ਲਿਖਿਆ ਕੋਈ ਜੋੜ ਨਹੀਂ ਸਕਦਾ। ਆਖੋ ਸਤਨਾਮ। ਇਹ ਪਰਮਾਤਮਾ ਦੀ ਖੇਡ ਹੈ। ਸਤਿਗੁਰ ਕਹਿੰਦੇ ਰਾਏ ਬੁਲਾਰ ਸਾਹਿਬ ਇਹ ਤੇ ਸੰਜੋਗਾਂ ਦੀ ਗੱਲ ਹੈ। ਜਦ ਤੱਕ ਸੰਜੋਗ ਅਸੀਂ ਘਰ 'ਚ ਰਹੇ ਆ, ਜਦ ਵਿਯੋਗ ਹੋਏਗਾ ਆਪਾਂ ਸਭ ਨੇ ਵਿਛੜ ਜਾਣਾ ਏ। ਗਿਆਨੀ ਸਮਾਨ ਰਹੇ ਜੁਗਤੀ ਜਗ, ਸ਼ੌਂਕ ਨਾ ਵੈ ਹਰ ਖੰਤ ਨਾ ਕੋਈ। ਮਹਾਰਾਜ ਕਹਿੰਦੇ ਫਰਕ ਇੰਨਾ ਹੀ ਆ, ਸੰਜੋਗ ਵਿਜੋਗ ਰੱਬ ਦੇ ਪਿਆਰਿਆਂ ਦੇ ਵੀ ਹੁੰਦੇ ਆ। ਇਹ ਨਹੀਂ ਵੀ ਜੇ ਤੁਸੀਂ ਗੁਰੂ ਘਰੇ ਆਉਣ ਲੱਗੇ, ਭਗਤੀ ਕਰਨ ਲੱਗੇ, ਤੁਹਾਡੇ ਸੰਜੋਗ ਵਿਜੋਗ ਮੁੱਕ ਜਾਣਗੇ। ਨਾ ਨਾ, ਕਿੱਥੇ ਲਿਖਿਆ। ਗੁਰੂ ਸਾਹਿਬ ਕਹਿੰਦੇ ਚੱਲਣਾ ਸਾਰਾ ਕੁਛ ਹੈ, ਦੁੱਖ ਵੀ ਤੁਹਾਡੇ ਤੇ ਆਉਣਗੇ, ਉਹਨਾਂ ਨੂੰ ਸਹਿਣ ਕਰਨ ਦਾ ਤਰੀਕਾ ਬਦਲ ਜਾਣਾ ਹੈ। ਮੰਨ ਲਓ ਕੋਈ ਦੁੱਖ ਆ ਗਿਆ, ਬੰਦਗੀ ਵਾਲੇ ਨੇ ਕੀ ਕਹਿਣਾ,
ਕੋਈ ਨਹੀਂ, ਮੈਂ ਵੀ ਤੇ ਕਿਸੇ ਦਾ ਬੁਰਾ ਕੀਤਾ ਹੁਣ ਅੱਜ ਮੇਰੇ ਨਾਲ ਹੋ ਗਿਆ ਤਾਂ ਕੀ ਹੋਇਆ, ਚਲੋ ਜੇ ਦੁੱਖ ਆਇਆ ਮੇਰਾ ਵਾਹਿਗੁਰੂ ਆਪ ਹੀ ਕੱਟੂਗਾ। ਤੇ ਜਿਹੜਾ ਮਨਮੁਖ ਬੰਦਾ ਹੈ ਉਹ ਕਹਿੰਦਾ ਹਾਏ ਮਰ ਗਏ, ਮੈਂ ਇੰਨਾ ਦਾਨ ਕੀਤਾ, ਇੰਨਾ ਪੁੰਨ ਕੀਤਾ, ਯਾਰ ਸਾਨੂੰ ਕਿਉਂ ਦੁੱਖ ਆਈ ਜਾਂਦਾ, ਮੈਂ ਤੇ ਗੁਰਦੁਆਰੇ ਬੜਾ ਜਾਂਦਾ। ਉਹ ਇਦਾਂ ਸੋਚਦਾ ਹੈ। ਬੰਦਗੀ ਕਰਿਆ ਤੋਂ ਮਨ ਸਟਰੋਂਗ ਹੁੰਦਾ ਹੈ, ਬਰੇਵ ਹੁੰਦਾ ਏ, ਪਰਪੱਕ ਹੁੰਦਾ ਏ। ਜਦੋਂ ਪਰਪੱਕਤਾ ਮਨ ਵਿੱਚ ਆ ਜੇ ਫਿਰ ਆਰਿਆਂ ਦੇ ਥੱਲੇ ਬਹਿ ਕੇ ਵੀ ਸਿਮਰਨ ਕਰਦਾ ਹੈ। ਇਹ ਗੁਰੂ ਦੀ ਕਿਰਪਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਗਿਆਨੀ ਹੋ। ਗਿਆਨੀ ਕੌਣ ਹੈ? ਇੱਥੇ ਤੇ ਕੁੜਤਾ ਪਜਾਮਾ ਪਾਇਆ, 4 ਰੌਲਾਂ ਲਾ ਲਈਆਂ, ਉਹ ਵੀ ਗਿਆਨੀ। ਇਹ ਭਾਰ ਆ ਸਾਡੇ ਸਿਰ, ਹਰੇਕ ਨੂੰ ਗਿਆਨੀ ਕਹੀ ਜਾਣਾ। ਗਿਆਨੀ ਉਹਨੂੰ ਕਿਹਾ ਜਾਂਦਾ ਜਿਹਨੂੰ ਸੁਰਤ ਦਾ ਗਿਆਨ ਹੋਵੇ, ਜਿਹਨਾਂ ਅੰਤਰ ਸੁਰਤ ਗਿਆਨ, ਉਹ ਗਿਆਨੀ ਹੈ। ਗਿਆਨੀ ਜਾਣੇ ਗਿਆਨ ਕੀ ਬਾਤ, ਜਿਹਦੇ ਕੋਲ ਗਿਆਨ ਦੀ ਗੱਲ ਹੋਵੇ। ਕਿਤਾਬਾਂ ਦੀਆਂ ਗੱਲਾਂ ਪੜ੍ਹਨ ਵਾਲਾ ਕੋਈ ਗਿਆਨੀ ਹੁੰਦਾ? ਗਿਆਨੀ ਸ਼ਬਦ ਬਾਹਰ ਦਾ ਨਹੀਂ, ਅੱਜ ਬਾਹਰ ਦੇ ਕੋਰਸ ਹੋਣ ਲੱਗ ਗਏ। ਗਿਆਨੀ ਅੰਦਰ ਦੀ ਵਰਤੀ ਮਨ ਦਾ ਗਿਆਨ ਹੈ, ਸੂਖਸ਼ਮ ਗਿਆਨ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਜਿਹੜਾ ਗਿਆਨੀ ਬੰਦਾ ਹੋਵੇ ਉਹਨੂੰ ਦੁੱਖ ਨਹੀਂ ਹੁੰਦਾ, ਉਹ ਵਿਛੋੜੇ ਵਿੱਚ ਵੀ ਖੁਸ਼ ਰਹਿੰਦਾ। ਕਹਿੰਦਾ ਕੋਈ ਨਹੀਂ, ਜਿਹਨੇ ਮਿਲਾਇਆ ਸੀ ਤਾਂ ਕੀ ਹੋ ਗਿਆ। ਗੁਰੂ ਕਲਗੀਧਰ ਜੀ ਦੇ 4 ਪੁੱਤਰ ਗਏ ਅੱਖਾਂ ਸਾਹਮਣੇ। ਜਦੋਂ ਸੁਣਿਆ ਦੱਸਿਆ ਨਾ ਨੂਰੇ ਮਾਈ ਨੇ ਮਹਾਰਾਜ ਆਪ ਜੀ ਦੇ ਪੁੱਤਰਾਂ ਨਾਲ ਇਦਾਂ ਹੋਇਆ, ਅੰਤਰੀਆਂ ਚੀਰੀਆਂ ਗਈਆਂ, ਵੀ ਦੁਖੀ ਕੋਈ ਨਹੀਂ, ਕਿਉਂਕਿ ਉਹ ਸੋਝੀਵਾਨ ਨੇ, ਪ੍ਰਮਾਤਮਾ ਨੇ, ਜਾਣਦੇ ਨੇ ਵੀ ਜਿਹਨੇ ਜੰਮਣਾ ਹੈ ਉਹਨੇ ਮਰਨਾ ਵੀ ਹੈ। ਕਿੱਡਾ ਵੱਡਾ ਗਿਆਨ ਹੈ ਇਹ, ਤੇ ਪਤਾ ਸਾਨੂੰ ਵੀ ਹੈ ਵੀ ਜੰਮਿਆ ਤੇ ਮਰਨਾ, ਚੱਲਿਆ ਜਾਂਦਾ ਸਾਥੋਂ ਨਹੀਂ ਨਾ। ਤੇ ਜਿਹਨੂੰ ਗਿਆਨ ਆ ਨਾ ਉਹ ਜਾਣਦਾ ਹੈ ਜੇ ਅੱਜ ਸੁੱਖ ਹੈ ਤੇ ਫਿਰ ਕੀ ਹੋਇਆ, ਦੁੱਖ ਵੀ ਆਊਗਾ। ਅੱਜ ਦੁੱਖ ਹੈ ਇੱਕ ਦਿਨ ਸੁੱਖ ਵੀ ਆ ਜਾਊਗਾ। ਲੜਾਂ ਕਿਹਦੇ ਨਾਲ? ਮੁਕੱਦਰਾਂ ਨਾਲ ਨਹੀਂ। ਮਾਰੀ ਜਾਓ ਟੱਕਰਾਂ, ਫਿਰੀ ਜਾਓ ਬਾਬਿਆਂ ਕੋਲ, ਸਾਧਾਂ ਕੋਲ, ਬਾਬਾ ਜੀ ਕਿਰਪਾ ਕਰੋ। ਜਦੋਂ ਤੇ ਆਪਣੇ ਤੇ ਕਿਰਪਾ ਨਹੀਂ, ਤੇਰੇ ਤੇ ਕਿੱਥੋਂ ਕਰੂਗਾ। ਗੁਰੂ ਨੇ ਤੈਨੂੰ ਦੁੱਖਾਂ ਦੇ ਵਿੱਚ ਹੱਸਣਾ ਸਿਖਾਇਆ ਹੈ। ਹੁਣ ਅਸੀਂ ਕਹਿੰਦੇ ਮਹਾਰਾਜ ਸਾਡੇ ਦੁੱਖ ਕੱਟ ਦਿਓ, ਕੀ ਗੁਰੂ ਕਲਗੀਧਰ ਜੀ ਦੇ ਪਰਿਵਾਰ ਤੇ ਦੁੱਖ ਨਹੀਂ ਆਏ? ਦੱਸੋ ਜੀ, ਨਹੀਂ ਆਏ। ਉਦੋਂ ਕਿੰਨੇ ਸਿੱਖ ਸੀ, ਅਰਦਾਸਾਂ ਕਰ ਸਕਦੇ ਸੀ ਵੀ ਮਹਾਰਾਜ ਕਿਰਪਾ ਕਰੋ ਜੀ, ਅਨੰਦਪੁਰ ਸਾਹਿਬ ਦਾ ਦੁੱਖ ਕੱਟੋ, ਭੁੱਖੇ ਨਹੀਂ ਰਿਹਾ ਜਾਂਦਾ। ਉਦੋਂ ਅਰਦਾਸ ਨਹੀਂ ਸੀ ਕਰਦੇ? ਨਹੀਂ, ਮਹਾਰਾਜ ਕਹਿੰਦੇ ਦੁੱਖ ਭੁੱਖ ਇਹਦੇ ਵਿੱਚ ਤੂੰ ਸ਼ੁਕਰਾਨਾ ਕਰਨਾ ਹੈ। ਇਹ ਤੇ ਰੱਬ ਦੀ ਦਾਤ ਹੈ, ਉਹਦੀਆਂ ਦਾਤਾਂ ਨੇ ਦੁੱਖ ਭੁੱਖ। ਪਰ ਅਸੀਂ ਕੀ, ਅਸੀਂ ਸੁੱਖਾਂ ਨੂੰ ਦਾਤ ਸਮਝਿਆ ਹੋਇਆ, ਦੁੱਖ ਕਹਿੰਦੇ ਰੱਬਾ ਉੱਧਰ ਨੂੰ ਸੁੱਟਦੇ ਗਵਾਂਢੀਆਂ ਵਾਲੇ ਪਾਸੇ, ਉਹ ਕਿਉਂ ਹੱਸਦੇ ਆ। ਬਿਰਤੀ 'ਚ ਫਰਕ ਹੈ। ਜਿੱਦਣ ਗਿਆਨ ਹੋ ਗਿਆ ਨਾ, ਸੁੱਖ ਦੁੱਖ ਦਾ ਕੋਈ ਫਰਕ ਨਹੀਂ। ਮਰਿਆ ਜੰਮਿਆ ਅੰਦਰ ਫਰਕ ਨਹੀਂ ਪੈਣਾ। ਰਾਏ ਪਨੈ ਮੁਖ ਜੋ ਅਰਬਿੰਦ, ਨਦੇਸ਼ ਬਣੀ ਮਕਰੰਦ ਤੁਮਾਰੀ। ਰਾਏ ਬੁਲਾਰ ਸਾਹਿਬ ਕਹਿੰਦੇ ਮਹਾਰਾਜ ਮੇਰੇ ਤੇ ਆਪ ਜੀ ਦੀ ਕਿਰਪਾ ਹੋ ਗਈ। ਮੈਂ ਸਮਝਦਾ ਪੁੱਤ ਹੋਵੇ ਨਾ ਹੋਵੇ ਬੰਦਗੀ ਵਾਲਾ ਸੁਖੀ ਹੈ। ਕਹਿੰਦਾ ਜੇ ਹੁੰਦਾ ਕੀ ਪਤਾ ਅੱਜ ਮੈਂ ਭਗਤੀ ਨਾ ਕਰਦਾ ਹੁੰਦਾ। ਜੇ ਹੁੰਦਾ, ਜਿਹੜੇ ਗਰੀਬ ਨੇ ਉਹ ਕਹਿੰਦਾ ਯਾਰ ਜੇ ਮੇਰੇ ਕੋਲ ਮਾਇਆ ਹੁੰਦੀ, ਮੇਰੇ ਧੀ ਪੁੱਤ ਵਿਗੜ ਜਾਂਦੇ, ਮੈਂ ਪਤਾ ਨਹੀਂ ਕਿਹੜੀ ਜੇਲ੍ਹ 'ਚ ਬੈਠਾ ਹੁੰਦਾ। ਚੰਗਾ ਰੱਬ ਨੇ ਨਹੀਂ ਦਿੱਤੀ। ਜਦੋਂ ਕੋਈ ਇਹੋ ਜਿਹਾ ਸਮਾਂ ਆਉਂਦਾ ਏ ਤੇ ਜਿਹਦੇ ਕੋਲ ਬਹੁਤੀ ਹੁੰਦੀ ਉਹ ਕਹਿੰਦਾ ਰੱਬਾ ਜੇ ਇੰਨੀ ਮਾਇਆ ਨਾ ਸਾਡੇ ਕੋਲ ਹੁੰਦੀ, ਅੱਜ ਮੇਰੀ ਔਲਾਦ ਮੇਰੀ ਸੇਵਾ ਕਰਦੀ ਹੁੰਦੀ। ਪੁੱਛਦਾ ਹੀ ਕੋਈ ਨਹੀਂ। ਮਾਇਆ ਧਾਰੀ ਵੀ ਦੁਖੀ ਹੈ, ਮਾਇਆ ਤੋਂ ਰਹਿਤ ਵੀ ਦੁਖੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਦੋਂ ਵਚਨ ਆਖਿਆ ਨਾ ਵੀ ਜਿਹਨੂੰ ਗਿਆਨ ਹੋ ਗਿਆ, ਸੋਝੀ ਹੋ ਗਈ, ਉਹ ਦੁਖੀ ਨਹੀਂ ਹੈ। ਉਹ ਕਹਿੰਦਾ ਰੱਬ ਦੀਆਂ ਦਾਤਾਂ ਨੇ ਸੁੱਖ ਦੁੱਖ ਸਭ ਬਖਸ਼ਦਾ ਰਹਿੰਦਾ ਏ। ਤੇ ਕਹਿੰਦੇ ਮਹਾਰਾਜ ਇਹ ਗੱਲ ਮੈਨੂੰ ਤੇ ਸਮਝ ਆ ਗਈ, ਆਪ ਜੀ ਨੇ ਮੇਰੇ ਤੇ ਕਿਰਪਾ ਤੇ ਕਰਤੀ, ਬਾਪੂ ਜੀ ਤੇ ਮਾਤਾ ਜੀ ਤੇ ਵੀ ਇਹੀ ਕਿਰਪਾ ਕਰ ਦਿਓ। ਆਖੋ ਸਤਨਾਮ। ਜੋ ਮੈਂ ਸਮਝ ਰਿਹਾ ਉਹ ਇਹ ਵੀ ਸਮਝ ਲੈਣ, ਜੋ ਅਸੀਂ ਦੇਖ ਰਹੇ ਹਾਂ ਉਹ ਵੀ ਦੇਖ ਲੈਣ। ਗੱਲ ਤੇ ਤਾਂ ਹੀ ਨਾ, ਤੁਸੀਂ ਕਿਸੇ ਨੂੰ ਵਿਖਾਈ ਚਲੋ ਮੈਨੂੰ ਸਟਾਰ ਦਿਸਦਾ, ਤਾਰਾ ਦਿਸਦਾ, ਉਹ ਦੂਜਾ ਕਹਿੰਦਾ ਯਾਰ ਮੇਰੀ ਐਨਕ ਠੀਕ ਹੈ, ਮੈਨੂੰ ਤਾਂ ਦਿਸਦਾ ਨਹੀਂ। ਨਜ਼ਰੀਆ ਬਦਲ ਕੇ ਵੇਖ, ਹੋ ਸਕਦਾ ਤੈਨੂੰ ਦਿਖਦਾ ਹੋਵੇ ਪਰ ਪਛਾਣ ਨਾ ਆਉਂਦੀ ਹੋਵੇ, ਧਿਆਨ ਖਿਲ ਰਿਹਾ ਹੋਵੇ। ਤੇ ਜਦੋਂ ਸਾਨੂੰ ਜੋ ਦਿਸਦਾ ਅਸੀਂ ਦੂਜੇ ਨੂੰ ਵਿਖਾ ਸਕਦੇ ਹਾਂ। ਜੇ ਸਾਨੂੰ ਹੀ ਕੁਝ ਨਹੀਂ ਦਿਸਦਾ ਤੇ ਸਾਡਾ ਦੂਜੇ ਨੂੰ ਵਿਖਾਇਆ ਕੀ ਹੈ? ਕਹਿੰਦੇ ਅੰਨੇ ਦੀ ਬਾਂਹ ਫੜ ਕੇ ਲੈ ਗਏ ਵੀ ਆ ਤੈਨੂੰ ਰਾਹ ਦਿਖਾਵਾਂ। ਉਹ ਜਿਹੜੇ ਖੂਹ 'ਚ ਆਪ ਡਿੱਗਿਆ ਉਹਨੂੰ ਉੱਥੇ ਲੈ ਬੈਠਾ। ਅੱਜ ਤਕਰੀਬਨ ਲੋਕਾਂ ਦਾ ਹਾਲ ਇਹੀ ਹੈ, ਸਾਡਾ ਸਾਰਿਆਂ ਦਾ। ਜਦੋਂ ਤੱਕ ਅੰਦਰ ਦੀ ਸੋਝੀ, ਅੰਦਰ ਦਾ ਗਿਆਨ ਨਹੀਂ, ਉਦੋਂ ਤੱਕ ਸਮਝ ਨਹੀਂ ਆਉਂਦੀ। ਰਾਏ ਬੁਲਾਰ ਸਾਹਿਬ ਕਹਿੰਦੇ ਮਹਾਰਾਜ ਇਹਨਾਂ ਤੇ ਕਿਰਪਾ ਕਰ ਦਿਓ, ਇਹਨਾਂ ਨੂੰ ਗਿਆਨ ਬਖਸ਼ ਦਿਓ, ਸੋਝੀ ਬਖਸ਼ ਦਿਓ। ਜਿੱਦਣ ਸੋਝੀ ਆ ਗਈ ਕਿਉਂ ਲਾਂਭੇ ਦੇਣਗੇ? ਮਰਜ਼ ਛੱਡ ਕੇ ਚੱਲੇ ਆ, ਅਸੀਂ ਰਹਿ ਨਹੀਂ ਸਕਦੇ। ਫਿਰ ਇਹ ਖੁਸ਼ ਰਹਿਣਗੇ।